वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बादा प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकाग्र करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है सतगुरु समेर पर्वत ते गए ने, उथे पहला जदों हिमालिया ते गए, हिमालिया पहाड़ जिन्हों आपां कहने आ, उथे जोगियां दा गुरु गोरख मिलिया। पर जदों उसने अपनी बेबसी जानी है, उस सभा दे विचों बैठा बैठा अपनी सिद्ध शक्ति नाल अलोप हो गया। उथों हवा दे वेग भज्जिया ते ओ उत्थे पहुंचदा है जिथे बाकी जोगी बैठे सन। इधरों सतगुरु अगे चले ते ऊना पहाड़ ते पहुंच गए। उधर जिहड़ा जोगियां दा गुरु गोरख सी, उन्हें सारे जोगी बुलाए ने। उत गोरख की सुनो बुलाए सिद्ध सबे, बैठे मजलस लाए किए आसन तवे, कह पर है मृग चरम सिंह को कह लियो। ये जोगी कोई मिर्ग दी खल पा के, जिवें असीं कपड़े पाउने आ, कोई शेर दी खल पा के, कोई केवल एक कफनी पा के खिंता धारण करके आ गया। किसी दे कान विच कच दियां मुंदरां ने, किसी दे हाथ विच मंगण वाला ओ फरुआ खप्पर है ठूठा, किसी दे हाथ विच फूड़ी है
ਕਿਸੇ ਦੇ ਹੱਥ ਵਿੱਚ ਜੋਗੀਆਂ ਵਾਲਾ ਛੋਟਾ ਜਿਹਾ ਝੰਡਾ ਹੈ। ਕਈਆਂ ਦੀਆਂ ਮੁੱਛਾਂ ਤੇ ਦਾੜੀ ਲੰਬੀ ਹੈ ਤੇ ਸਿਰ ਦੇ ਵਾਲ ਜਿਹੜੇ ਨੇ ਉਹ ਬਿਲਕੁਲ ਕੱਟੇ ਹੋਏ ਨੇ। ਕਿਸੇ ਨੇ ਲੰਗੋਟੀ ਪਾਈ ਹੈ, ਕਿਸੇ ਨੇ ਸੇਲੀ ਗਲ ਵਿੱਚ ਪਾਈ ਹੋਈ ਹੈ ਕੱਪੜਾ। ਇਹ ਜਦੋਂ ਸਾਰੇ ਇਕੱਠੇ ਹੋਏ ਤੇ ਜਿਹੜਾ ਜੋਗੀਆਂ ਦਾ ਗੁਰੂ ਗੋਰਖ ਹੈ ਉਹਨੇ ਆਪਣੀ ਚਿੰਤਾ ਜ਼ਾਹਰ ਕੀਤੀ। ਉਹਨੇ ਦੱਸਿਆ ਨਹੀਂ ਕਿ ਮੈਂ ਨਾਨਕ ਜੀ ਨੂੰ ਮਿਲ ਕੇ ਆਇਆ। ਇਹਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਨਾਨਕ ਨਾਂ ਦਾ ਇੱਕ ਤੱਪਾ ਹੈ, ਆਮ ਸੰਸਾਰੀਆਂ ਵਾਲੀ ਮਲ ਮੂਤਰ ਵਾਲੀ ਉਸ ਦੀ ਦੇਹੀ ਹੈ। ਉਹ ਤੁਹਾਡੇ ਜੋਗੀਆਂ ਦੇ ਇਸ ਅਸਥਾਨ ਤੇ ਆ ਰਿਹਾ ਹੈ। ਨਾਨਕ ਹੈ ਤੱਪਾ ਇੱਕ ਮਲ ਮੂਤ ਦੇ ਜਾ ਕੇ ਤੁਮਰੋ ਸਥਾਨ ਦੇਖਬੇ ਕੇ ਹਿਤ ਆਵਈ, ਹੋਏ ਜੋ ਸੁਜਾਨ ਕਲਾਵਾਨ ਗੁਣਵਾਨ ਵੱਡੋ, ਬਾਦ ਕਰੇ ਤਾਂ ਸੋ ਜਾਏ ਜੀਤ ਕੋ ਹਟਾਵਈ। ਕਹਿਣ ਲੱਗਾ ਤੁਹਾਡੇ ਵਿੱਚੋਂ ਕੋਈ ਕਲਾਵਾਨ ਹੋਵੇ, ਸ਼ਕਤੀਵਾਨ ਹੋਵੇ, ਗੁਣਵਾਨ ਹੋਵੇ, ਜਾਓ ਕੋਈ ਜਾ ਕੇ ਉਹਦੇ ਨਾਲ ਚਰਚਾ ਕਰੋ ਤੇ ਉਸ ਨੂੰ ਮੋੜ ਦਿਓ, ਅੱਗੇ ਨਾ ਆ ਸਕੇ। ਇਹ ਬੰਦੇ ਦੇ ਇੱਕ ਸੁਭਾਅ ਵਿੱਚ ਹੈ ਕਿ ਜਿੱਥੇ ਬੰਦਾ ਆਪ ਬੈਠਾ ਨਹੀਂ ਚਾਹੁੰਦਾ ਕੋਈ ਹੋਰ ਉੱਥੇ ਆਵੇ, ਉਹਦੇ ਥਾਂ ਤੇ ਆ ਕੇ ਕੋਈ ਬਹਿਣ ਦੀ ਕੋਸ਼ਿਸ਼ ਕਰੇ। ਇਹ ਗੁਰਬਾਣੀ 'ਚ ਲਿਖਿਆ ਹੋਇਆ ਕਿ ਹਮਰੀ ਭੂਮ ਕੌਣ ਘਾਲੇ ਪੈਰ, ਹਾਲਾਂਕਿ ਧਰਤੀ ਤਾਂ ਰੱਬ ਦੀ ਹੈ। ਬੰਦਾ ਲੀਕਾਂ ਮਾਰ ਕੇ ਬੈਠਾ ਹੋਇਆ, ਪਰ ਇਹ ਲੀਕਾਂ ਉਹਦੇ ਜਿਉਂਦੇ ਤੱਕ ਹੀ ਨੇ, ਮਰਦੇ ਹੀ ਉਹ ਲੀਕਾਂ ਉਹਦੀਆਂ ਮੁੱਕ ਜਾਂਦੀਆਂ ਨੇ, ਫਿਰ ਨਵੇਂ ਬੰਦੇ ਲੀਕਾਂ ਮਾਰ ਲੈਂਦੇ ਨੇ, ਉਹਨਾਂ ਦੀਆਂ ਹਟ ਜਾਂਦੀਆਂ, ਫਿਰ ਕੋਈ ਹੋਰ ਮਾਰ ਲੈਂਦਾ। ਤਦੋਂ ਫਿਰ ਮਛੰਦਰ ਨਾਂ ਦਾ ਇੱਕ ਜੋਗੀ ਜਿਹੜਾ ਹੈ ਉਹਨੇ ਖੁਨਸ ਖਾਧੀ ਹੈ। ਉਹ ਆਪਣੇ ਗੁਰੂ ਗੋਰਖ ਨੂੰ ਕਹਿਣ ਲੱਗਾ ਜੀ ਮੈਂ ਜਾਵਾਂ, ਮੈਂ ਜਾ ਕੇ ਉਸ ਨਾਨਕ ਨੂੰ ਸਮਝਾਵਾਂ। ਉਹ ਫਿਰ ਆਉਂਦਾ ਹੈ। ਇੱਥੋਂ ਅੱਜ ਦੀ ਕਥਾ ਆਰੰਭ ਹੈ। ਹਾਂਜੀ। ਕੈਸੋ ਕੋ ਹੋਏ ਸਭ ਜੀਤੋ ਜਾਏ ਤਾਂ ਕੋ ਅਬ, ਆਮਨ ਨਾ ਦੇਹੋਂ ਕਿਦੋਂ ਚੇਲੇ ਕਰ ਲਿਆਏ ਹੋਂ। ਕਹਿਣ ਲੱਗਾ ਮਛਿੰਦਰ ਜੋਗੀ ਦਾ ਨਾਂ ਹੈ। ਇਹ ਕੋਈ ਨਾਟਕੀ ਰੂਪਾਂਤਰ ਨਹੀਂ ਹੈ। ਇਹ ਜਿਹੜੀ ਆਪਾਂ ਕਥਾ ਸੁਣ ਰਹੇ ਹਾਂ ਇਹ ਵਾਸਤਵ ਦੇ ਵਿੱਚ ਇਹ ਘਟੀ ਹੋਈ ਇੱਕ ਘਟਨਾ ਹੈ। ਇਹ ਜੋਗੀ ਜਿਹੜੇ ਨੇ ਖੁਦ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਸਨ। ਮਛਿੰਦਰ ਨਾਂ ਦਾ ਜੋਗੀ ਕਹਿੰਦਾ ਹੈ ਵੀ ਆਪਣੇ ਗੁਰੂ ਗੋਰਖ ਨੂੰ ਕਹਿਣ ਲੱਗਾ ਜੀ ਮੈਂ ਜਾਵਾਂ, ਮੈਨੂੰ ਘੱਲੋ। ਹੁਣ ਉਹ ਜਦੋਂ ਆਇਆ ਤੇ ਕੀ ਕਹਿੰਦਾ, ਕਹਿੰਦਾ ਕੈਸੋ ਕੋਈ ਹੋਏ ਸਭ ਜੀਤੋਂ ਜਾਏ ਤਾਂ ਕੋ ਅਬ। ਕਹਿਣ ਲੱਗਾ ਜੀ ਭਾਵੇਂ ਕੋਈ ਹੋਵੇ, ਮੈਂ ਹੁਣੇ ਜਾ ਕੇ ਜਿੱਤ ਲੈਣਾ ਉਸ ਨੂੰ। ਜੋਗੀ ਡੰਡੇ ਸੋਟੇ ਵਿੱਚ ਵਿਸ਼ਵਾਸ ਨਹੀਂ ਸੀ ਕਰਦੇ। ਦੇਖੋ ਜੋਗੀਆਂ ਦੀ ਇੱਕ ਗੁਣਵੰਤਾ ਰਹੀ ਹੈ ਕਿ ਉਹਨਾਂ ਨੇ ਜਿਹੜਾ ਰਸਤਾ ਅਪਣਾਇਆ ਉਹ ਰਸਤਾ ਸੀ ਜਿਹਨੂੰ ਆਪਾਂ ਟੇਬਲ ਟਾਕ ਕਹਿੰਦੇ ਆ, ਜਿਹਨੂੰ ਅਸੀਂ 1 to 1 ਗੱਲਬਾਤ ਕਹਿੰਦੇ ਆ। ਆਮਣੇ ਸਾਹਮਣੇ ਬਹਿ ਕੇ ਉਹ ਚਰਚਾ ਵਿੱਚ ਵਿਸ਼ਵਾਸ ਰੱਖਦੇ ਸੀ, ਡਿਬੇਟ ਵਿੱਚ, ਗੱਲਬਾਤ ਵਿੱਚ। ਹੁਣ ਸਾਨੂੰ ਤਾਂ ਗੱਲਬਾਤ ਆਉਂਦੀ ਨਹੀਂ, ਬੋਲਣ ਲੱਗੀਏ ਤੇ ਗਾਲਾਂ ਕੱਢਣ ਲੱਗ ਜਾਈਦਾ, ਤੇ ਗਾਲਾਂ ਕੱਢਦੇ ਕੱਢਦੇ 2 ਮਿੰਟਾਂ ਬਾਅਦ ਅਸੀਂ ਡੰਡੋ ਡੰਡੀ ਹੋ ਜਾਂਦੇ ਆ, ਤੇ 5-7 ਮਿੰਟਾਂ ਬਾਅਦ ਅਸੀਂ ਲਹੂ ਲੁਹਾਨ ਹੋ ਜਾਂਦੇ ਤੇ ਹਸਪੀਟਲ ਪਹੁੰਚ ਜਾਂਦੇ ਆ। ਅੱਧੇ ਥਾਣੇ ਚਲੇ ਜਾਂਦੇ ਨੇ, ਅੱਧੇ ਹਸਪੀਟਲ ਚਲੇ ਜਾਂਦੇ ਨੇ। ਦੇਖੋ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅਸਲ ਵਿੱਚ ਦੁਨੀਆ ਦੇ ਵਿੱਚ ਬੜੇ ਧਰਮ ਨੇ, ਬੜੇ ਮਾਰਗ ਨੇ। ਜੋਗੀਆਂ ਦੇ ਵਿੱਚ ਇੱਕ ਖਾਸੀਅਤ ਰਹੀ ਹੈ ਕਿ ਉਹ ਗੱਲਬਾਤ ਵਿੱਚ
ਵਿਸ਼ਵਾਸ ਕਰਦੇ ਸੀ। ਜਾਂ ਉਹ ਕਹੀਏ ਕਿ ਉਹਨਾਂ ਦਾ ਇੱਕ ਮਾਤਰ ਰਸਤਾ ਹੀ ਇਹੀ ਸੀਗਾ ਕਿ ਗੱਲਬਾਤ ਕੀਤੀ ਜਾਏ। ਉਹ ਕਹਿੰਦਾ ਜੀ ਮੈਂ ਹੁਣੇ ਜਾਵਾਂਗਾ, ਮੈਂ ਜਾ ਕੇ ਨਾਨਕ ਜੀ ਨੂੰ ਜਿੱਤ ਲਵਾਂਗਾ। ਆਵਣ ਨਾ ਦੇਹੋਂ ਕਿਦੋ, ਮੈਂ ਉਸ ਨਾਨਕ ਤੱਪੇ ਨੂੰ ਅੱਗੇ ਨਹੀਂ ਆਉਣ ਦਿਆਂਗਾ, ਜਿੱਥੇ ਮਿਲੇਗਾ ਉੱਥੇ ਹੀ ਬੈਠਾ ਰਹੇਗਾ। ਭਾਵ ਉਹਦੀ ਜਿਹੜੀ ਅੱਗੇ ਚੜ੍ਹਾਈ ਹੈ, ਉਹਦਾ ਅੱਗੇ ਜਿਹੜਾ ਮਿਸ਼ਨ ਹੈ, ਅੱਗੇ ਜਿਹੜਾ ਉਹ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਸਮੇਰ ਪਰਬਤ ਵੱਲ, ਨਹੀਂ ਮੈਂ ਰੋਕ ਦਿਆਂਗਾ। ਆਵਣ ਨਾ ਦੇਹੋਂ ਕਿਦੋਂ ਚੇਲੋ ਕਰ ਲਿਆਏ ਹੋ, ਜੇ ਆਏਗਾ ਤੇ ਆਪਣੇ ਗੁਰੂ ਗੋਰਖ ਨੂੰ ਕਹਿਣ ਲੱਗਾ ਜੀ ਮੇਰਾ ਚੇਲਾ ਬਣ ਕੇ ਹੀ ਆਏਗਾ। ਆਏਗਾ ਤੇ ਚੇਲਾ ਬਣ ਕੇ ਆਏਗਾ, ਨਹੀਂ ਤੇ ਨਹੀਂ ਆਏਗਾ। ਇਹਨੇ ਬੈਠੇ ਬੈਠੇ ਨੇ ਸ਼ੁਰਲੀ ਛੱਡਦੀ, ਇਹਨੇ ਆਪਣੇ ਵੱਲੋਂ ਇਹਨੇ ਬੜੀ ਦਾਅਵੇ ਦੀ ਗੱਲ ਕੀਤੀ, ਬੜੇ ਵੱਡੇ ਹੰਕਾਰ ਦੀ ਗੱਲ ਕੀਤੀ। ਹਾਂਜੀ, ही को बाद करो, देह को बनाओ बूझो जोग हूँ को बाद करो, कैसे के जवाब देह ताहे को हटाए हों। देह को बनाओ बूझो, कहने लगा मैं जावांगा और मैं उन्होंने कहांगा कि भाई मेरे सवालों नूं बुझ, मेरे सवालों का जवाब दे। जोग हूं को बात करो, फिर मैं उहदे नाल अपने जोग की गल करांगा। मैं उन्होंने दसांगा जोग मत की है। कैसे के जवाब देहे ताहे को हटाए हों, जिन्ने मर्जी वो मेरे नाल बड़े बड़े सवाल करे पर मैं उन्होंने पीछे मोड़ दियांगा। देह को बनाओ बूझो, कहने लगा मैं जाके उन्होंने पुछांगा, बुझांगा, बुझावांगा। अखीर मैं उहदे नाल सवाल जवाब करके कैसे के जवाब देह ताहे को हटाए हो, वो मेरे सवालों का जवाब भावें जिवें मर्जी दवे पर पिछे मोड़ दियांगा, अगे वधन तो रोक दियांगा, वो अगे नहीं आ सकेगा। हाँ जी, कित हूँ ते आहु कित देश जाहु चाहे सो, मन के मनोरथ ताके ओरे जो बुलाए हों। कहंदा मैं जाके पूछांगा कित हूं ते आयो, कित देश जायो चाहे सो, भी तू भाई आया केड़े देश तो है ते जाना केड़े देश है। मन को मनोरथ ता ओरे ज्यों बुलाए हों, कहन लगा मैं पूछांगा कि तेरे मन का मनोरथ की है, ते ओदे मन दे मनोरथ नूं मैं इवें गाल दियांगा जिवें गड़ा हुंदा है। मीआं दे विच कदे कदे गड़े पैने शुरू हो जाते ने, उन्होंने औले भी कहने आ, साडे बजुर्ग उन्होंने चंदरे भी कह देंदे सी। वो कहंदा कि जिवें वो बरसात दा वो बर्फ का छोटा जिहा गोला वो झट गल जाता है, बहुत ज़्यादा ही किते गड़े मार ना हो जाए फिर तो बर्फ के ढेर लग जाते हैं। कदे विरली विरली कदे वाछड़ आवे तो उसकी उम्र जिहड़ी है वो 1-2 मिनट तो ज़्यादा नहीं होती। कहन लगा मैं नानक दे इस मनोरथ नूं गड़े की तरह गाल देंगा। देखो शब्द बड़े भावपूर्त कवि जी ने इत्थे लिखे ने कि मन को मनोरथ ता ओरे ज्यों बुलाए है, जिवें गड़ा गल जाता है इवें उहदे मन दे मनोरथ सारे भजा देंगा मैं तो। हाँ जी, कीजे ना अवार दीजे आयस उचार, जीतो सब्बै सिद्ध मंडली को बार जब पाए हों। कहन लगा जी हुण ये समझो भी देरी कोई नहीं लगनी।
ਕੀਜੇ ਨਾ ਅਵਾਰ, ਤੇ ਤੁਸੀਂ ਵੀ ਦੇਰੀ ਨਾ ਕਰੋ। ਇਹ ਆਪਣੇ ਗੁਰੂ ਗੋਰਖ ਨੂੰ ਕਹਿੰਦਾ ਹੈ ਵੀ ਹੁਣ ਤੁਸੀਂ ਦੇਰ ਨਾ ਕਰੋ, ਮੈਨੂੰ ਲੇਟ ਨਾ ਕਰੋ। ਦੀਜੇ ਆਇਸ ਉਚਾਰ, ਇੱਕ ਵਾਰੀ ਹੁਕਮ ਕਰੋ, ਆਗਿਆ ਦਿਓ, ਮੈਨੂੰ ਥਾਪੜਾ ਦਿਓ, ਮੈਂ ਜਾਵਾਂ। ਜੀਤੋ ਸਭੇ ਸਿੱਧ ਮੰਡਲੀ ਕੋ ਬਾਰ ਜਬ ਪਾਏ ਹੋ, ਮੈਂ ਜਾ ਕੇ ਉਸ ਨਾਨਕ ਤੱਪੇ ਨੂੰ ਜਿੱਤ ਲਵਾਂਗਾ। ਇਸ ਸਿੱਧ ਮੰਡਲੀ ਦਾ ਜਿਹੜਾ ਤੁਹਾਡਾ ਪ੍ਰਤਾਪ ਹੈ, ਵਰ ਹੈ, ਇਹ ਸ਼ਕਤੀ ਮੇਰੇ ਕੋਲ ਹੋਏਗੀ। ਇਸ ਸ਼ਕਤੀ ਦੀ ਵਰਤੋਂ ਕਰਕੇ ਮੈਂ ਨਾਨਕ ਨਿਰੰਕਾਰੀ ਦੇ ਉੱਤੇ ਜਿੱਤ ਹਾਸਲ ਕਰਾਂਗਾ। ਹਾਂਜੀ। ਗੋਰਖ ਉਰ ਹੁਲਾਸ ਕੈ ਕੀਨੀ ਜਾਣ ਰਜਾਏ। ਜਿਹੜਾ ਜੋਗੀਆਂ ਦਾ ਗੁਰੂ ਗੋਰਖ ਸੀ, ਗੋਰਖ ਉਰ ਹੁਲਸਾਇਕ ਹੈ, ਉਹ ਤੇ ਬੜਾ ਹੀ ਖੁਸ਼ ਹੋਇਆ, ਕਿਉਂਕਿ ਆਪ ਉਹ ਕਰ ਨਹੀਂ ਸੀ ਸਕਿਆ। ਹੁਣ ਉਹਨੇ ਆ ਕੇ ਦੱਸਿਆ ਵੀ ਨਹੀਂ ਵੀ ਭਾਈ ਮੈਂ ਤੇ ਫੇਲ ਹੋ ਕੇ ਆਇਆ। ਉਹ ਦੂਜਿਆਂ ਨੂੰ ਘੱਲਦਾ ਵੀ ਜਾਓ ਤੁਸੀਂ ਪਾਸ ਹੋ ਜਾਓ। ਉਹਦੀ ਕੋਸ਼ਿਸ਼ ਇਹ ਹੈ ਕਿ ਦੂਜਿਆਂ ਨੂੰ ਸਮਝਾਇਆ ਜਾਏ। ਉਹਨੇ ਬੜੇ ਖੁਸ਼ ਹੋ ਕੇ ਆਗਿਆ ਦੇ ਦਿੱਤੀ। ਕੀਨੀ ਜਾਣ ਰਜਾਏ, ਜਾਣ ਦੀ ਰਜਾ ਉਹਨੇ ਆਗਿਆ ਆਦੇਸ਼ ਕਰ ਦਿੱਤਾ, ਜਾਓ ਜੀ ਮਛੰਦਰ ਜੋਗੀ ਨੂੰ। ਹਾਂਜੀ। ਜਾਨੀ ਮਨ ਇਹ ਆਣ ਹੈ, ਜਾਂ ਕੋ ਤੇਜ ਸੁਪਾਏ। ਜਾਨੀ ਮਨ ਇਹ ਆਣ ਹੈ, ਜਾਂ ਕੋ ਤੇਜ ਸੁਭਾਏ। ਉਹਨੂੰ ਵੀ ਲੱਗਿਆ ਗੁਰੂ ਗੋਰਖ ਨੂੰ ਕਿ ਇਹ ਅਣਖ ਵਾਲਾ ਹੈ, ਤੇਜ ਸੁਭਾਅ ਦਾ ਮਾਲਕ ਹੈ, ਤੇਜ ਤਰਾਰ ਜੋਗੀ ਹੈ, ਬੜਾ ਫਰਤੀਲਾ ਜੋਗੀ ਹੈ। ਵੇਖੋ ਜੋਗੀਆਂ ਨੂੰ ਛੱਡੋ, ਸਾਧੂਆਂ ਨੂੰ ਛੱਡੋ, ਪੋਲੀਟੀਸ਼ੀਅਨਾਂ ਨੂੰ ਛੱਡੋ, ਮੈਂ ਤੇ ਭੂਤਾਂ ਪ੍ਰੇਤਾਂ ਦੀਆਂ ਬੜੀਆਂ ਨੇੜੇ ਦੀਆਂ ਕਹਾਣੀਆਂ ਵੇਖੀਆਂ ਹੋਈਆਂ ਨੇ। ਇੱਥੇ ਇੱਕ ਜਰਮਨ ਤੋਂ ਮੇਰੇ ਕੋਲ ਆਉਂਦਾ ਹੁੰਦਾ ਸੀ, ਕਿਉਂਕਿ ਮੈਂ ਤੇ ਉਹਦੇ ਭਰਾ ਦਾ ਦੋਸਤ ਸੀਗਾ, ਕੁਲਦੀਪ ਸਿੰਘ ਦਾ। ਉਹ ਗ੍ਰੇਵਜਨ ਰਹਿੰਦਾ ਸੀ ਨਾਲ UK ਵਿੱਚ, ਇੰਗਲੈਂਡ ਵਿੱਚ। ਉਹਦੇ ਰੈਫਰੈਂਸ ਤੋਂ ਮੇਰੇ ਕੋਲ ਇੱਥੇ ਆ ਗਿਆ। ਥੋੜੀ ਜਿਹੀ ਇੱਕ ਅੱਖ ਤੋਂ ਭੈਂਗਾ ਸੀ ਉਹ, ਮੈਨੂੰ ਨਾਂ ਤਾਂ ਨਹੀਂ ਉਹਦਾ ਯਾਦ ਆ ਰਿਹਾ। ਉਹ ਇੱਥੇ ਠਹਿਰਿਆ ਵੀ ਗੁਰੂ ਘਰ। ਉਹ ਮੈਨੂੰ ਸੁਣਾਵੇ ਵੀ ਮੇਰੇ ਵਿੱਚ ਇੱਕ ਭੂਤ ਹੈ, ਉਹ ਜਰਮਨ ਵੀ ਮੇਰੇ ਨਾਲ ਚਲਾ ਜਾਂਦਾ, ਅਮਰੀਕਾ ਵੀ ਚਲਾ ਜਾਂਦਾ, ਹੁਣ ਇੰਡੀਆ ਵੀ ਆਇਆ ਹੈ। ਤੋ ਮੇਰੇ ਸਾਹਮਣੇ ਬਹਿ ਕੇ ਮੈਨੂੰ ਕਹੇ ਵੀ ਇਹ ਮੈਨੂੰ ਗਿਆਨੀ ਜੀ ਤੁਹਾਨੂੰ ਨਹੀਂ ਦੀਦਾ, ਤੇ ਮੈਨੂੰ ਕਹਿ ਰਿਹਾ ਵੀ ਇਹਨੂੰ ਗਿਆਨੀ ਨੂੰ ਕਹਿ ਵੀ ਮੇਰੇ ਮਾਮਲੇ 'ਚ ਨਾ ਕੋਈ ਦਖਲਅੰਦਾਜ਼ੀ ਨਹੀਂ ਕਰਨੀ। ਉਹ ਸ਼ਬਦ ਤੇ ਉਹਦੇ ਕੁਝ ਹੋਰ ਸੀ, ਤੇ ਮੈਂ ਨਹੀਂ ਇਹੋ ਜਿਹੇ ਗਿਆਨੀਆਂ ਦੀ ਪਰਵਾਹ ਕਰਦਾ। ਤੇ ਮੈਂ ਉਹਨੂੰ ਕਹਾਂ ਵੀ ਤੂੰ ਮੈਨੂੰ ਡਰਾਉਣਾ ਹੈ ਜਾਂ ਵੀ ਆਪਣੀ ਹਕੀਕਤ ਦੱਸਦਾ? ਕਹਿੰਦਾ ਨਹੀਂ ਹਕੀਕਤ ਹੈ। ਕਹਿੰਦਾ ਮੈਂ 2 ਵਾਰੀ ਅੰਮ੍ਰਿਤ ਵੀ ਛਕਿਆ, ਪਰ ਇਹ ਮੇਰੇ ਨਾਲ ਗੜਬੜ ਕਰਦਾ। ਇਹ ਮੈਨੂੰ ਕਹਿੰਦਾ ਤੂੰ ਸ਼ਰਾਬ ਪੀ, ਤੂੰ ਸਿਗਰਟਾਂ ਪੀ, ਪਤਾ ਨਹੀਂ ਕੀ ਕੀ ਉਹ ਕਵੇ। ਤੋ ਇਹੋ ਜਿਹੀਆਂ ਘਟਨਾਵਾਂ ਬੀਤਣ ਤੋਂ ਬਾਅਦ ਇਹ ਸਮਝ ਆਈ ਵੀ ਭੂਤਾਂ ਪ੍ਰੇਤਾਂ ਵਿੱਚ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ। ਅਸਲ ਵਿੱਚ ਹੁੰਦਾ ਕੀ ਹੈ ਵੀ ਬੰਦਾ ਮਰਿਆ ਤੇ ਭੂਤ ਪ੍ਰੇਤ ਬਣ ਗਿਆ। ਹੁਣ ਜਿਹੜੇ ਚੰਗੇ ਬੰਦੇ ਉਹ ਭੂਤ ਪ੍ਰੇਤ ਵੀ ਚੰਗੇ ਹੁੰਦੇ ਨੇ, ਜਿਹੜੇ ਬੰਦੇ ਆਪ ਮਾੜੇ ਹੋਣ ਜਦੋਂ ਭੂਤ ਪ੍ਰੇਤ ਬਣਦੇ ਉਦੋਂ ਵੀ ਮਾੜੇ ਹੋ ਜਾਂਦੇ ਨੇ। ਇਸੇ ਕਰਕੇ ਮੰਨਿਆ ਗਿਆ ਨਾ ਕਿ ਵਾਦੜੀਆਂ ਸਜਾਦੜੀਆਂ ਕਦੇ ਬਦਲਦੀਆਂ ਨਹੀਂ, ਸੁਭਾਅ ਨਹੀਂ ਕਦੇ ਬਦਲਦੇ। ਇਹ ਮਛੰਦਰ ਜਿਹੜਾ ਸੀ ਇਹ ਬੜਾ ਤੇਜ ਤਰਾਰ ਜੋਗੀ ਸੀ। ਗੋਰਖ ਨੂੰ ਲੱਗਿਆ ਕਿ ਇਹ ਆਣ ਹੈ ਜਾਂ ਕੋ ਤੇਜ ਸੁਭਾਏ। ਉਹਨੇ ਮਨ ਵਿੱਚ ਜਾਣਿਆ ਕਿ ਇਹਦੇ ਵਿੱਚ ਅਣਖ ਹੈ, ਇਹਦੇ ਵਿੱਚ ਗੈਰਤ ਹੈ, ਤੇ ਸੁਭਾਅ ਵੀ ਇਹਦਾ ਬੜਾ ਤੇਜ ਹੈ, ਗੱਲਬਾਤ ਦੇ ਵਿੱਚ ਬੜਾ ਫੁਰਤੀਲਾ ਹੈ, ਤੇ ਇਹ ਵਾਕਿਆ ਗੁਰੂ ਨਾਨਕ ਤੱਪੇ ਨੂੰ ਜਿੱਤ ਲਵੇਗਾ। ਹਾਂਜੀ। ਜਿਉ ਗੱਜ ਨਿਜ ਉਰ ਗਰਭ ਕਰ, ਸਿੰਘ ਜੀਤਨੇ ਚਾਏ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੋਇਆ ਕਿ ਇਹ ਹਾਥੀ ਬਣ ਕੇ, ਗੱਜ ਕਹਿੰਦੇ ਨੇ ਹਾਥੀ,
ਜਿਵੇਂ ਜਿਉ ਗੱਜ ਨਿਜ ਉਰ ਗਰਭ ਕਰ। ਕੋਈ ਹਾਥੀ ਹੰਕਾਰ ਕਰੇ ਕਾਹਦਾ? ਸਿੰਘ ਜੀਤਨੇ ਚਾਹੇ ਕਿ ਮੈਂ ਸ਼ੇਰ ਨੂੰ ਜਿੱਤ ਲਵਾਂ। ਹਾਥੀ ਦਾ ਸਰੀਰ ਵੱਡਾ ਹੈ, ਹਾਥੀ ਦੀ ਚਮੜੀ ਮੋਟੀ ਹੈ, ਹਾਥੀ ਦਾ ਆਕਾਰ ਵੱਡਾ ਹੈ, ਪਰ ਉਹ ਸ਼ੇਰ ਨੂੰ ਜਿੱਤ ਨਹੀਂ ਸਕਦਾ। ਬਾਦਸ਼ਾਹ ਜੰਗਲ ਦਾ ਉਹ ਨਹੀਂ ਹੈ, ਜੰਗਲ ਦਾ ਬਾਦਸ਼ਾਹ ਸ਼ੇਰ ਹੀ ਹੈ, ਹਾਥੀ ਨਹੀਂ ਹੈ। ਜਿਵੇਂ ਇੱਕ ਹਾਥੀ ਸ਼ੇਰ ਨੂੰ ਜਿੱਤਣਾ ਚਾਹਵੇ, ਇਦਾਂ ਦਾ ਮਛੰਦਰ ਜੋਗੀ ਨੇ ਇਹ ਉਦਮ ਕੀਤਾ ਹੈ ਕਿ ਉਹ ਨਾਨਕ ਤੱਪਾ ਜੀ ਨੂੰ ਜਿੱਤਣਾ ਚਾਹੁੰਦਾ ਹੈ। ਹਾਂਜੀ। ਮ੍ਰਿਗ ਕੋ ਪਠੈ ਵੰਗਾਰ ਕੈ ਸੋ ਗਮਣਿਓ ਇਹ ਪਾਏ। ਇਉਂ ਮਾਨੋ ਕਿ ਮ੍ਰਿਗ ਕੋ ਪਠੈ ਵੰਗਾਰ ਕੈ। ਇਹ ਇਦਾਂ ਹੈ ਕਿ ਜਿਵੇਂ ਕੋਈ ਮਿਰਗ ਕੋਈ ਵੰਗਾਰ ਕੇ ਚੱਲ ਪਵੇ, ਕੋਈ ਹਿਰਨ, ਕੋਈ ਬਾਰਾਂਸਿੰਗਾ ਲੋਕਾਂ ਨੂੰ ਦੱਸ ਕੇ ਤੁਰ ਪਵੇ ਕਿ ਭਾਈ ਮੈਂ ਚੱਲਿਆ ਤੇ ਮੈਂ ਜਾ ਕੇ ਸ਼ੇਰ ਦੇ ਉੱਤੇ ਜਿੱਤ ਹਾਸਲ ਕਰਨੀ ਹੈ। ਤਾਂ ਕਵੀ ਜੀ ਕਹਿੰਦੇ ਵੀ ਕੀ ਇਹ ਸੰਭਵ ਹੈ? ਕੋਈ ਮਿਰਗ ਜਿੱਤ ਲਵੇ, ਕੋਈ ਹਾਥੀ ਜਿੱਤ ਲਵੇ, ਨਹੀਂ, ਸ਼ੇਰ ਨੂੰ ਕੋਈ ਨਹੀਂ ਜਿੱਤ ਸਕਦਾ। ਹਾਂਜੀ। ਆਇਓ ਤਬ ਧਾਏ ਗੁਰੂ ਨਾਨਕ ਸੁਹਾਏ ਜਹ ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ। ਇਹ ਬੜੀ ਤੇਜ਼ ਰਫ਼ਤਾਰ ਹਵਾ ਦੇ ਵਿੱਚ ਆਇਆ। ਇਹਨਾਂ ਕੋਲ ਰਿੱਧੀਆਂ ਸਿੱਧੀਆਂ ਸੀ, ਸ਼ਕਤੀਆਂ ਸੀ। ਅਗਰ ਇਸ ਕਥਾ ਨੂੰ ਸੁਣਨਾ ਹੈ ਨਾ ਤਾਂ ਇਸ ਕਥਾ ਦਾ ਜਿਹੜਾ ਪੁੰਨ ਫਲ ਮਹਾਤਮ ਹੈ ਉਹ ਇਹ ਹੈ ਕਿ ਕੋਈ ਵੀ ਵਿਅਕਤੀ ਤੁਹਾਨੂੰ ਦੈਵੀ ਸ਼ਕਤੀਆਂ ਦੇ ਤੌਰ ਤੇ ਪ੍ਰਭਾਵਿਤ ਨਾ ਕਰੇ। ਹੁਣ ਤੁਸੀਂ ਵੇਖੋ ਏਡੇ ਏਡੇ ਜੋਗੀ ਨੇ, ਪਰ ਪੱਲੇ ਕੀ ਹੈ? ਪੱਲੇ ਕੁਝ ਵੀ ਨਹੀਂ ਹੈ। ਵੇਖੋ ਨਾ, ਅਸੀਂ ਗ੍ਰਸਤੀ ਆ, ਸਾਡੇ ਬੱਚੇ ਨੇ, ਅਸੀਂ ਜ਼ਮੀਨ ਪਿੱਛੇ ਲੜੀਏ, ਦੁਕਾਨ ਪਿੱਛੇ ਲੜੀਏ, ਘਰ ਪਿੱਛੇ ਲੜੀਏ ਤੇ ਗੱਲ ਸਮਝ ਆਉਂਦੀ ਹੈ। ਰੁਪਈਆਂ ਪਿੱਛੇ ਲੜੀਏ, ਗੱਲ ਸਮਝ ਆਉਂਦੀ ਹੈ ਕਿ ਅਗਲਾ ਆਪਣੇ ਬੱਚਿਆਂ ਦਾ ਲਾਲਚ ਕਰਦਾ, ਮੈਂ ਆਪਣੇ ਬੱਚਿਆਂ ਦਾ ਲਾਲਚ ਕਰਦਾ। ਪਰ ਜੋਗੀਆਂ ਦੇ ਲੜਨ ਦੀ ਗੱਲ ਤੁਹਾਨੂੰ ਹਜਮ ਨਹੀਂ ਹੋਏਗੀ ਵੀ ਤੁਸੀਂ ਤਾਂ ਲੰਗੋਟੀ ਲਾ ਕੇ ਬੈਠੇ ਹੋ, ਬਭੂਤੀ ਮਲ ਕੇ ਬੈਠੇ ਹੋ, ਤੁਸੀਂ ਕਾਹਨੂੰ ਲੜੀ ਜਾਂਦੇ ਹੋ? ਨਾ ਤੁਹਾਡੇ ਕੋਈ ਅੱਗੇ ਪਿੱਛੇ, ਨਾ ਤੁਹਾਡੇ ਕੋਈ ਉੱਪਰ ਥੱਲੇ, ਤੁਸੀਂ ਕਿਹਨੂੰ ਕਿਸੇ ਨੂੰ ਕੀ ਦੇਣਾ ਹੈ ਬਈ? ਫਿਰ ਇਹ ਵੀ ਨਹੀਂ ਵੀ ਕੋਈ ਘਰ 'ਚ ਫਰਨੀਚਰ ਬੜਾ ਪਾਈ ਬੈਠੇ ਨੇ, ਦੱਸੋ ਜੀ ਇਹ ਸਮਾਨ ਕਿੱਥੇ ਸ਼ਿਫਟ ਹੋਣਗੇ? ਹੈ ਤੇ ਖੁਰ ਪੱਲੇ ਕੁਛ ਵੀ ਨਹੀਂ। 1.25 ਲੱਖ ਫੌਜ ਇਕੱਲੇ ਇਕੱਲੇ ਤੁਰੇ ਫਿਰਦੇ ਨੇ, ਪਰ ਰਿੱਧੀਆਂ ਸਿੱਧੀਆਂ ਕਰਕੇ ਹੰਕਾਰੀ ਹੋ ਗਏ। ਹੁਣ ਇੱਥੇ ਵੀ ਇਹ ਲਿਖਿਆ ਹੋਇਆ ਹੈ ਕਿ ਆਇਓ ਤਬ ਧਾਏ, ਦੌੜ ਕੇ ਆਏ, ਪਾਉਣ ਦੇ ਵੇਗ। ਗੁਰੂ ਨਾਨਕ ਸਹਾਏ ਜਹਾਂ, ਜਿੱਥੇ ਉਹਨਾਂ ਪਹਾੜ ਦੇ ਉੱਤੇ ਗੁਰੂ ਨਾਨਕ ਸਾਹਿਬ ਬੈਠੇ ਨੇ, ਇਹ ਉੱਥੇ ਆ ਗਿਆ। ਆ ਕੇ ਕੀ ਕੀਤਾ? ਬਚਨ ਅਲਾਵਾ, ਇਹਨੇ ਆ ਕੇ ਉਹਨਾਂ ਨੂੰ ਆਦੇਸ਼ ਕਿਹਾ ਹੋਏਗਾ, ਜਾਂ ਔਲਖ ਕੁਛ ਨਾ ਕੁਛ ਸ਼ਬਦ ਬੋਲਿਆ ਹੋਏਗਾ ਇਹਨੇ। ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ। ਇਹਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਕਤੀ ਨੂੰ, ਅਜ਼ਮਤ ਨੂੰ ਤਾਂ ਨਹੀਂ ਪਛਾਣਿਆ, ਤੇ ਉਮਰ ਨੂੰ ਵੇਖ ਕੇ ਕਹਿੰਦਾ ਵੀ ਕਾਕਾ ਕਿਵੇਂ ਆਇਆ ਹੈ? ਬਾਲਾ ਕਹਿ ਦਿਓ, ਕਾਕਾ ਕਹਿ ਦਿਓ, ਛੋਟਾ ਕਹਿ ਦਿਓ, ਪੁੱਤਰ ਕਹਿ ਦਿਓ, ਬੱਚਾ ਕਹਿ ਦਿਓ, ਅਰਥ ਇੱਕੋ ਹੀ ਨੇ। ਇਹਦੀ ਕਈ 100 ਸਾਲ ਉਮਰ ਹੋਣੀ ਹੈ, ਤੇ ਸਤਿਗੁਰੂ ਜੀ ਦੀ ਉਮਰ ਜਿਹੜੀ ਹੈ ਉਹ ਇਤਿਹਾਸ ਦੇ ਮੁਤਾਬਕ ਤਾਂ 35-40 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਬਹੁਤੀ ਹੋਏਗੀ ਤਾਂ 45 ਦੇ ਵਿੱਚ ਹੋਏਗੀ, ਜਦੋਂ ਜੋਗੀਆਂ ਨੂੰ ਮਿਲੇ ਨੇ। ਹੁਣ ਕਈ 100 ਸਾਲਾਂ ਦੇ ਬੰਦੇ ਦੇ ਅੱਗੇ 45 ਸਾਲ ਦੀ ਉਮਰ ਕੀ ਹੁੰਦੀ ਹੈ? ਇਸੇ ਕਰਕੇ ਉਸ ਵਕਤ ਦੀ ਜਿਹੜੀ ਭਾਸ਼ਾ ਹੈ ਉਹਦੇ ਮੁਤਾਬਕ ਉਹ ਕਹਿੰਦਾ ਵੀ ਇਹ ਬਾਲਕ ਆਇਓ ਕੌਣ ਕਾਜ ਕੋ, ਵੀ ਤੂੰ ਇਹ ਬਰਫ਼ ਵਾਲੇ ਦੇਸ਼ ਵਿੱਚ ਪਹਾੜਾਂ 'ਚ ਤੂੰ ਕੀ ਕਰਦਾ ਹੈ? ਤੇਰਾ ਇੱਥੇ ਕੀ ਕੰਮ ਹੈ? ਇਹਨੇ ਆ ਕੇ ਪਹਿਲਾ ਸਵਾਲ ਗੁਰੂ ਨਾਨਕ ਸਾਹਿਬ ਨੂੰ ਕੀਤਾ ਹੈ। ਹਾਂਜੀ।
ਸ਼ਕਤ ਸੋ ਰਾਖੋ ਕਿਦੋ ਨਾਹੀ ਮੋਸੋ ਵਾਕ ਕਹੋ ਸਾਚ ਹੀ ਬਖਾਨੋ ਇਹਾਂ ਬੋਲੀਏ ਨਾ ਪਾਜ ਕੋ। ਕਹਿਣ ਲੱਗਾ ਮਛੰਦਰ ਜੋਗੀ ਨਾਨਕ ਤੱਪਾ ਜੀ ਨੂੰ, ਨਾਨਕ ਨਿਰੰਕਾਰੀ ਜੀ ਨੂੰ ਕਹਿੰਦਾ ਵੀ ਪਾਜ ਨਾ ਬੋਲਿਓ। ਪਾਜ ਕਹਿੰਦੇ ਨੇ ਝੂਠ। ਇਹ ਸ਼ਬਦ ਸਾਡੀ ਜ਼ਿੰਦਗੀ ਦੇ ਬੜਾ ਨੇੜੇ, ਅਸੀਂ ਆਮ ਕਹਿੰਦੇ ਉਹ ਬੰਦੇ ਦਾ ਤੇ ਪਾਜ ਹੀ ਉਗੜ ਗਿਆ, ਉਹਦਾ ਝੂਠ ਖੁੱਲ ਗਿਆ। ਉਸ ਬੰਦੇ ਨੇ ਉਹਦੇ ਅੱਜ ਪਾਜ ਉਘਾੜ ਦਿੱਤੇ ਨੇ, ਉਹਦੇ ਸਾਰੇ ਝੂਠ ਖੋਲ ਕੇ ਰੱਖ ਦਿੱਤੇ ਦੁਨੀਆ ਦੇ ਸਾਹਮਣੇ। ਇਹਨੇ ਪਹਿਲੀ ਗੱਲ ਆ ਕੇ ਨਾਨਕ ਜੀ ਨੂੰ ਕਹੀ ਹੈ, ਕਹਿੰਦਾ ਜੀ ਝੂਠ ਨਾ ਬੋਲਿਓ। ਇਹਾਂ ਬੋਲੀਏ ਨਾ ਪਾਜ ਕੋ ਸੱਚ ਹੀ ਬਖਾਨੋ। ਝੂਠ ਨਹੀਂ ਬੋਲਣਾ, ਪਰ ਬੋਲਣਾ ਹੈ ਕੀ? ਸੱਚ ਬੋਲਣਾ ਹੈ। ਹੁਣ ਦੇਖੋ ਬੋਲਣ ਦੀਆਂ 3 ਸਟੇਜਾਂ ਨੇ। ਇੱਕ ਤੇ ਵੀ ਤੁਸੀਂ ਮੈਨੂੰ ਪੁੱਛੋ ਤੇ ਮੈਂ ਕਹਾਂ ਜੀ ਮੈਂ ਤੇ ਬੋਲਦਾ ਹੀ ਨਹੀਂ, ਇਹ ਵੀ ਇੱਕ ਸਟੇਜ ਹੈ। ਮੈਂ ਦੋਵਾਂ ਤੋਂ ਹੀ ਬਚ ਗਿਆ, ਝੂਠ ਤੋਂ ਵੀ ਬਚ ਗਿਆ, ਸੱਚ ਤੋਂ ਵੀ ਬਚ ਗਿਆ। ਇੱਕ ਹੈ ਕਿ ਫਿਰ ਮੈਂ ਬੋਲਦਾ, ਜੇ ਮੈਂ ਬੋਲਾਂਗਾ ਤੇ ਇੱਕ ਹੀ ਚੀਜ਼ ਬੋਲਾਂਗਾ ਨਾ, ਜਾਂ ਸੱਚ ਬੋਲਾਂਗਾ ਜਾਂ ਝੂਠ ਬੋਲਾਂਗਾ। ਇਹਨੇ ਆ ਕੇ ਕਿਹਾ ਵੀ ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ ਪਰ ਝੂਠ ਨਹੀਂ ਬੋਲਣਾ। ਉਹ ਮੈਨੂੰ ਜਵਾਬ ਸੱਚ ਵਿੱਚ ਚਾਹੀਦਾ ਹੈ। ਸੱਚ ਹੀ ਬਖਾਨੋ ਇਹਾਂ ਬੋਲੀਏ ਨਾ ਪਾਜ ਕੋ। ਕੀ ਇਹ ਸਵਾਲ ਕੀ ਹੈ? ਕਹਿਣ ਲੱਗਾ ਜੀ ਮੈਨੂੰ ਇਹ ਦੱਸੋ ਕਿ ਤੁਸੀਂ ਆਏ ਕਿੱਥੋਂ? ਸ਼ਕਤ ਸੋ ਰਾਖੋ ਕਿਦੋ ਨਾਹੀ ਮੋਸੋਂ ਵਾਕ ਕਹੋ। ਤੁਹਾਡੇ ਕੋਲ ਸ਼ਕਤੀ ਕੀ ਹੈ? ਅੱਜ ਵੀ ਜਦੋਂ ਸਾਡੇ ਘਰ ਕੋਈ ਮਹਿਮਾਨ ਆਉਂਦਾ ਹੈ ਅਸੀਂ ਉਹਨੂੰ ਪੁੱਛਦੇ ਹਾਂ। ਜਦੋਂ ਕੋਈ ਆਉਣ ਬਾਰੇ ਟੈਲੀਫੋਨ ਵੀ ਕਰੇ, ਜੇ ਮੈਂ ਹੀ ਕਿਸੇ ਨੂੰ ਕਹਾਂ ਮੈਂ ਅੰਮ੍ਰਿਤਸਰ ਆ ਰਿਹਾ, ਤਾਂ ਅਗਲੇ ਦਾ ਪਹਿਲਾ ਸਵਾਲ ਹੁੰਦਾ ਵੀ ਗਿਆਨੀ ਜੀ ਟ੍ਰੇਨ ਤੇ ਆ ਰਹੇ ਹੋ ਕਿ ਆਪਣੀ ਗੱਡੀ ਲੈ ਕੇ ਆ ਰਹੇ ਹੋ ਕਿ ਬਾਈ ਏਅਰ ਆ ਰਹੇ ਹੋ। ਜੇ ਅਚਾਨਕ ਕੋਈ ਆ ਜਾਏ ਤੇ ਫਿਰ ਵੀ ਅਸੀਂ ਪੁੱਛਦੇ ਹਾਂ ਵੀ ਕਿੱਦਾਂ, ਰਕਸ਼ੇ ਤੇ ਆਏ ਹੋ, ਸਕੂਟਰ ਤੇ ਆਏ ਹੋ, ਟੈਕਸੀ ਲੈ ਕੇ ਆਏ ਹੋ। ਵੇਖੋ ਇਹਦਾ ਪਹਿਲਾ ਸਵਾਲ ਇੱਕੋ ਹੀ ਹੈ ਵੀ ਤੁਸੀਂ ਬਰਫ਼ ਦੇ ਦੇਸ਼ ਪਹੁੰਚ ਗਏ। ਉੱਥੇ ਕੋਈ ਜਾਂਦਾ ਹੀ ਨਹੀਂ ਸੀਗਾ, ਜਾ ਸਕਦਾ ਹੀ ਨਹੀਂ ਸੀ, ਕਿਉਂਕਿ ਉੱਥੇ ਕਿਹੜਾ ਕੋਈ ਸੜਕਾਂ ਬਣੀਆਂ ਸੀ। ਇਹ ਕਥਾ ਜਿਹੜੀ ਅੱਜ ਤੋਂ 500 ਸਾਲ ਪੁਰਾਣੀ ਕਥਾ ਹੈ। ਇਹ ਗੱਲ ਆਪਣੇ ਆਪ ਦੇ ਵਿੱਚ ਪੁੱਛਣੀ ਵਾਜਬ ਹੈ, ਬਣਦੀ ਹੈ ਵੀ ਤੁਸੀਂ ਇੱਥੇ ਆਏ ਕਿਵੇਂ? ਪਹਿਲਾਂ ਤਾਂ ਉਹ ਦੱਸੋ ਜੀ, ਤੁਹਾਡੇ ਆਉਣ ਦਾ ਸਾਧਨ ਕੀ ਹੈ, ਵਸੀਲਾ ਕੀ ਹੈ? ਪਹਿਲਾ ਸਵਾਲ ਹੀ ਇਹ ਸੀ, ਸ਼ਕਤ ਸੋ ਰਾਖੋ ਕਿਦੋਂ। ਕਿਹੜੀ ਸ਼ਕਤੀ ਹੈ ਤੁਹਾਡੇ ਕੋਲ? ਨਾਹੇ ਮੋਸੋਂ ਵਾਕ ਕਹੋ, ਨਹੀਂ ਤਾਂ ਮੈਨੂੰ ਬੋਲ ਕੇ ਦੱਸੋ ਤੇ ਬੋਲਿਓ ਸੱਚ, ਝੂਠ ਨਾ ਬੋਲਿਓ। ਹਾਂਜੀ। ਆਗੇ ਚਲਿਓ ਚਾਹੇ ਜੋ ਤੂੰ ਲੀਜੈ ਉਪਦੇਸ਼ ਹਮ ਜੋਗ ਚਾਹੋ ਜੋਗ ਲੀਜੇ ਨਾ ਤੋ ਲੀਜੇ ਰਾਜ ਕੋ। ਕਹਿਣ ਲੱਗਾ ਵੀ ਅੱਗੇ ਕਿੱਥੇ ਚੱਲੇ ਹੋ? ਮੈਨੂੰ ਦੱਸੋ ਅੱਗੇ ਕਿੱਥੇ, ਇੱਥੋਂ ਤੱਕ ਤੇ ਆ ਗਏ ਹੋ, ਪਹਿਲਾਂ ਉਹ ਦੱਸੋ ਵੀ ਸ਼ਕਤੀ ਕਿਹੜੀ ਹੈ ਤੁਹਾਡੇ ਕੋਲੇ। ਜਿਹੜਾ ਇਹਦੂ ਅੱਗੇ ਜਾਣ ਦਾ ਪ੍ਰੋਗਰਾਮ ਹੈ ਉਹ ਵੀ ਦੱਸੋ। ਕਿੱਥੇ ਚੱਲੇ ਹੋ ਤੁਸੀਂ, ਕਿਉਂ ਚੱਲੇ ਹੋ ਤੁਸੀਂ, ਅੱਗੇ ਜਾ ਕੇ ਕੀ ਕਰਨਾ ਹੈ ਤੁਸੀਂ। ਇਹਨੇ ਅਗਲੀ ਗੱਲ ਪੁੱਛੀ ਹੈ ਕਿ ਮੈਨੂੰ ਇਹ ਦੱਸੋ ਕਿ ਆਗੇ ਚੱਲਿਓ ਚਾਹੇ ਜੋ ਤੂੰ ਲੀਜੇ ਉਪਦੇਸ਼ ਹਮ। ਕਹਿੰਦਾ ਫਿਰ ਮੇਰਾ ਉਪਦੇਸ਼ ਲਓ, ਕਿਉਂਕਿ ਇਹਦੂ ਅੱਗੇ ਜਾਣਾ ਹੈ ਤੇ ਤੁਸੀਂ ਜੋਗੀ ਬਣ ਕੇ ਜਾ ਸਕਦੇ ਹੋ, ਕਿਉਂਕਿ ਅਗਲੀ ਧਰਤੀ ਜੋਗੀਆਂ ਦੀ ਹੈ। ਦੇਖੋ ਸਤਿਗੁਰੂ ਨੇ ਸਾਡੀ ਹਵਾ ਤਾਂ ਬੜੀ ਕੱਢੀ ਹੈ। ਜਦੋਂ ਮੇਰੇ ਵਰਗੇ ਨੂੰ ਸਤਿਗੁਰੂ ਪੜ੍ਹਾਉਂਦੇ ਨੇ ਨਾ ਵੀ ਜਿਤ ਆਸਣ ਹਮ ਬੈਠੇ ਕੀਤੇ ਬੈਸ ਗਿਆ, ਕਿ ਬੰਦਿਆ ਇਹ ਚੇਤਾ ਰੱਖੀ ਵੀ ਜਿਨ੍ਹਾਂ ਆਸਣਾ ਤੇ ਆਪਾਂ ਬੈਠੇ ਆ, ਇਸ ਤੋਂ ਪਹਿਲਾਂ ਕਈ ਬਹਿ ਕੇ ਗਏ ਨੇ। ਜਿਵੇਂ ਹੁਣ ਕੋਈ ਕਵੇ ਮੈਂ ਪ੍ਰਧਾਨ ਮੰਤਰੀ ਆ, ਵੀ ਤੂੰ ਪਹਿਲਾਂ ਥੋੜਾ ਕੋਈ, ਤੇਰੇ ਤੋਂ ਪਹਿਲਾਂ ਕੋਈ ਹੋਰ ਸੀ, ਉਸ ਤੋਂ ਪਹਿਲਾਂ ਕੋਈ ਹੋਰ ਸੀ, ਉਸ ਤੋਂ ਪਹਿਲਾਂ ਕੋਈ ਹੋਰ ਸੀ, ਉਸ ਤੋਂ ਪਹਿਲਾਂ ਕੋਈ ਹੋਰ ਸੀ। ਇਸੇ ਕਰਕੇ ਜਿਨ੍ਹਾਂ ਨੂੰ ਸੋਝੀ ਉਹ ਗੁਰੂ ਦੇ ਕੋਲ ਸਾਹਮਣੇ ਆ ਕੇ ਵੀ ਕਹਿੰਦੇ ਨੇ ਕਿ ਰਾਜ ਦੇਹੇ ਤਾਂ ਕਵਣ ਵਡਾਈ, ਵੀ ਤੂੰ ਮੈਨੂੰ ਰਾਜਾ ਵੀ ਬਣਾ ਦੇਵੇਂ ਤੇ ਤੇਰੀ ਕੋਈ ਬਹੁਤੀ ਵੱਡੀ ਵਡਿਆਈ ਨਹੀਂ ਹੈ, ਕਿਉਂਕਿ ਤੂੰ ਮੇਰੇ ਤੋਂ ਪਹਿਲਾਂ ਕਈ ਰਾਜੇ ਬਣਾਏ ਨੇ। ਇਹ ਤਾਂ ਨਹੀਂ ਵੀ ਤੂੰ ਮੇਰੇ ਤੋਂ ਹੀ ਸ਼ੁਰੂ ਕੀਤਾ ਹੈ, ਪਹਿਲਾ ਰਾਜਾ ਮੈਂ ਹੀ ਆ।
ਮੇਰੇ ਤੋਂ ਪਹਿਲਾਂ ਧਰਤੀ ਤੇ ਕਈ ਚੱਕਰਵਰਤੀ ਰਾਜੇ ਤੂੰ ਪੈਦਾ ਕੀਤੇ ਨੇ। ਦੂਜੀ ਗੱਲ, ਭੀਖ ਮੰਗਾਵੇਂ ਤਾਂ ਕਿਆ ਘਟ ਜਾਏ, ਤੇ ਜੇ ਤੂੰ ਮੈਨੂੰ ਮੰਗਤਾ ਹੀ ਬਣਾ ਦੇਵੇਂ ਤੇ ਤੇਰਾ ਕੀ ਘਟਣ ਲੱਗਾ? ਅੱਗੇ ਲੱਖਾਂ ਮੰਗਤੇ ਤੇ ਅੱਗੇ ਤੁਰੇ ਫਿਰਦੇ ਨੇ, ਉਹਨਾਂ 'ਚ ਮੈਂ ਵੀ ਤੁਰਿਆ ਫਿਰੂੰਗਾ, ਉਹਦੇ ਨਾਲ ਤੇਰਾ ਘਟਣ ਕੁਝ ਨਹੀਂ ਲੱਗਾ। ਤੂੰ ਮੈਨੂੰ ਰਾਜਾ ਬਣਾ ਦੇਵੇਂ ਤੇ ਉਹਦੇ ਨਾਲ ਤੈਨੂੰ ਕੋਈ ਫਰਕ ਨਹੀਂ ਪੈਣ ਲੱਗਾ। ਅੱਗੇ ਕਈ ਰਾਜੇ ਪੈਦਾ ਕੀਤੇ ਨੇ। ਪਰਮਾਤਮਾ ਦੀ ਇਸ ਕੁਦਰਤ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਰਾਜੇ ਨੇ ਜਿਹੜੇ ਉਸਨੇ ਪਹਿਲਾਂ ਪੈਦਾ ਕੀਤੇ ਨੇ, ਅੱਜ ਵੀ ਮੌਜੂਦ ਨੇ। ਅੱਜ ਵੀ ਤੁਸੀਂ ਆਪਾਂ ਕਹਿ ਦਿੰਦੇ ਆ ਵੀ ਅਮਰੀਕਾ ਦਾ ਰਾਸ਼ਟਰਪਤੀ ਜੀ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਹੈ। ਹੁਣ ਪਾਵਰ ਤੇ ਹੈਗੀ ਹੈ, ਪਰ ਉਹ ਕੀਨੀਆ ਵਾਲੇ ਨੂੰ ਪੁੱਛ ਕੇ ਵੇਖੋ, ਕਹਿੰਦਾ ਮੈਂ ਤੈਨੂੰ ਟਿੱਚ ਸਮਝਦਾ, ਉਹ ਪਰਵਾਹ ਹੀ ਨਹੀਂ ਕਰਦਾ। ਇਹੋ ਜਿਹੇ ਹੋਰ ਕਿੰਨੇ ਹੋਣਗੇ, ਕਈ ਮਰ ਗਏ ਨੇ, ਗਦਾਫੀ ਵਰਗੇ, ਸਦਾਮ ਹੁਸੈਨ ਵਰਗੇ। ਉਹ ਕਹਿੰਦੇ ਜਾ ਕੰਮ ਕਰੋ ਜਾ ਕੇ ਵੱਡੇ ਅਮਰੀਕਾ ਦੇ ਰਾਸ਼ਟਰਪਤੀ। ਐਸੇ ਐਸੇ ਰਾਜੇ ਹੋਏ ਨੇ ਜਿਨ੍ਹਾਂ ਨੇ ਅਮਰੀਕਾ ਦੇ ਡਾਲਰਾਂ ਦੇ ਪਾਏਦਾਨ ਬਣਾ ਦਿੱਤੇ, ਆਪਣੇ ਮਹਿਲਾਂ ਦੇ ਬੂਹਿਆਂ ਤੇ ਰੱਖ ਦਿੱਤੇ ਪੈਰ ਪੂੰਝਣ ਵਾਸਤੇ। ਹੁਣ ਇਹ ਜੋਗੀ ਕਹਿੰਦਾ ਜੀ ਅੱਗੇ ਕਿੱਥੇ ਚੱਲੇ ਹੋ? ਜੇ ਜਾਣਾ ਹੈ ਤੇ ਤੁਸੀਂ ਮੇਰੇ ਤੋਂ ਜੋਗ ਮਤ ਲਵੋ। ਇਹ ਸੋਚਦੇ ਸੀ ਵੀ ਅਗਲੀ ਧਰਤੀ ਸਾਡੀ ਹੈ, ਉੱਥੇ ਜੋਗੀ ਜਾ ਸਕਦੇ ਨੇ, ਜੋਗੀਆਂ ਤੋਂ ਬਿਨਾਂ ਕੋਈ ਨਹੀਂ ਜਾ ਸਕਦਾ। आगे चलियो चाहे जो तू लीजे उपदेश, हम जोग चाहो जोग लीजै, ना तो लीजै राज को। कहता वेख भाई मैं तेरे अगे दो गल्लां रखदा, अगे जाना है तो मेरे तो जोग मत ले लै, तो जे तू जिद करें अगे जान दी तो अगे तो नहीं मैं जान देंगा, तो फिर मैं तेरे अगे एक शर्त रखदा। तेरे वास्ते एक चॉइस है, तेरे वास्ते एक तेरी मर्जी है, तू इनू लै सकदा है। वो की है? कहंदा दस तेनू को राज दे दिया, जाते मेरा उपदेश लै लै, नहीं तो ना तो लीजै राज को। दस मैं तेनू धरती दा मात लोक दा राजा बना दिया। ਅੱਗੇ ਜਾ ਕੇ ਸਾਰਾ ਕੁਝ ਅਸੀਂ ਸੁਣਾਂਗੇ ਕਿ ਜੋਗੀਆਂ ਨੇ ਪੁੱਛਿਆ ਸੀ ਨਾਨਕ ਜੀ ਨੂੰ ਕਿ हे ਨਾਨਕ ਮਾਤ ਲੋਕ ਵਿੱਚ ਕਿਆ ਵਰਤਾਰਾ। ਸਿੱਧਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਸਿੱਧ ਬੋਲਣ 10 ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਤੇ ਅੱਗੋਂ ਸਤਿਗੁਰੂ ਜੀ ਨੇ ਕੀ ਕਿਹਾ? ਸਤਿਗੁਰੂ ਕਹਿੰਦੇ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਸਤਿਗੁਰੂ ਕਹਿੰਦੇ ਜੇ ਤੁਹਾਨੂੰ ਥੋੜੀ ਬਹੁਤੀ ਸੋਝੀ ਆਈ ਤੇ ਤੁਸੀਂ ਪਹਾੜਾਂ ਤੇ ਚੜ੍ਹ ਕੇ ਬਹਿ ਗਏ, ਤੇ ਉੱਥੇ ਕੀ ਹੋਣਾ ਸੀ? ਆ ਵੀ ਤਾਂ ਤੁਸੀਂ ਵੇਖੋ ਨਾ, ਇਹ ਤਾਂ ਪਤਾ ਨਹੀਂ ਸਾਡੇ ਮੁਲਕ ਨੂੰ ਕਦੋਂ ਸਮਝ ਆਉਣੀ ਹੈ, ਨਾ ਸਾਡੇ ਗੁਰੂਆਂ ਦੀ ਸਮਝ ਆਉਣੀ ਹੈ, ਨਾ ਸਾਡੇ ਗੁਰੂਆਂ ਦੀ ਸਿੱਖਾਂ ਦੀ ਸਮਝ ਆਉਣੀ ਹੈ। ਵਾਹਿਦ ਇੱਕ ਡਾਕਟਰ ਮਨਮੋਹਨ ਸਿੰਘ ਐਸਾ ਵਿਅਕਤੀ ਹੈ, ਕਦੋਂ ਨਰਸਿਮਹਾ ਰਾਓ ਦੀ ਗੌਰਮੈਂਟ ਬਣੀ, ਇਹ ਫਾਈਨੈਂਸ ਮਿਨਿਸਟਰ ਬਣੇ, ਇਹਨਾਂ ਨੇ ਇੱਥੇ ਕਿੱਡੇ ਕਿੱਡੇ ਵੱਡੇ ਸਮਝੌਤੇ ਕੀਤੇ। ਉਹ ਜਿਹੜਾ ਸ਼ਾਇਦ ਮੈਂ ਠੀਕ ਬੋਲਦਾ ਹਾਂ, ਪਤਾ ਨਹੀਂ ਗੈਟ ਸਮਝੌਤਾ ਸੀ, ਉਹ ਉਦੋਂ ਵੀ ਬੜਾ ਰੌਲਾ ਪਿਆ ਇਹਨਾਂ ਨੇ ਜਦੋਂ ਵਰਲਡ ਖੋਲ੍ਹਿਆ ਵਪਾਰ ਵਾਸਤੇ। ਜਿਹੜੀ ਸੀ ਉਹ ਜਿੰਨੇ ਦੀ ਲੈ ਲਈ ਦੀ ਸੀ ਨਾ, 2 ਸਾਲ ਚਲਾ ਕੇ ਉਹਨੇ ਦੀ ਵੇਚ ਲਈ ਦੀ ਸੀ। ਮੇਰੇ ਖਿਆਲ ਉਹਨੂੰ 12 ਲੱਖ ਦੀ ਮਰੂਤੀ ਹੋ ਜਾਣੀ ਸੀ 800। ਜੇ ਦੁਨੀਆ ਦੇ ਵਪਾਰ ਨੂੰ ਹਿੰਦੁਸਤਾਨ ਦੇ ਨੂੰ ਡਾਕਟਰ ਮਨਮੋਹਨ ਸਿੰਘ ਨਾ ਖੋਲ੍ਹ ਦਿੱਤਾ, ਨਹੀਂ ਤਾਂ ਉਦੋਂ ਪਹਿਲਾਂ ਕੀ ਸੀਗਾ, ਜਿਹੜਾ ਸੋਹਣਾ ਬੱਚਾ ਹੁੰਦਾ ਸੀ ਉਹਨੂੰ ਲੋਕ ਵਿਆਹ ਕੇ ਲੈ ਜਾਂਦੇ ਸੀ ਅਮਰੀਕਾ ਕੈਨੇਡਾ, ਤੇ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਉਹਨੂੰ ਗੌਰਮੈਂਟ ਵਾਲੇ ਸਿੱਧੇ ਚੁੱਕ ਕੇ ਲੈ ਜਾਂਦੇ ਸੀ। ਤੇ ਇੰਡੀਆ ਦੇ ਵਿੱਚ ਇੱਕੋ ਹੀ ਨਿਊਜ਼ ਛਪਦੀ ਹੁੰਦੀ ਸੀ ਵੀ ਇੰਨੇ ਡਾਕਟਰ ਅਮਰੀਕਾ ਲੈ ਗਿਆ ਜੀ, ਇੰਨੇ ਇੰਜੀਨੀਅਰ ਅਮਰੀਕਾ ਲੈ ਗਿਆ ਜੀ, ਬਾਕੀ ਕੀ ਬਚੇ? ਬਾਕੀ ਫਿਰ ਮੇਰੇ ਵਰਗੇ ਅਨਪੜ੍ਹ ਹੀ ਬਚੇ। ਉਹਨਾਂ ਨਾਲ ਅਸੀਂ ਇੰਡੀਆ ਚਲਾਉਣਾ ਚਾਹੁੰਦੇ ਸੀ।
ਇੱਥੇ ਉਦੋਂ ਬਾਅਦ ਜੋਬਾਂ ਆਈਆਂ। ਇਹ ਜਿਹੜੇ ਕਰੋੜਾਂ ਦੇ ਲੱਖਾਂ ਦੇ ਜਿਹੜੇ ਪੈਕੇਜ ਨੇ, ਇਹ ਤਾਂ ਡਾਕਟਰ ਮਨਮੋਹਨ ਸਿੰਘ ਲੈ ਕੇ ਆਇਆ। ਉਦੋਂ ਬਾਅਦ ਹੀ ਇੱਥੇ ਤਰੱਕੀ ਸ਼ੁਰੂ ਹੋਈ ਹੈ ਨਾ। ਜਦੋਂ ਸਾਡੇ ਪੜ੍ਹੇ ਲਿਖੇ ਲੋਕ ਇੱਥੇ ਰਹੇ, ਉਹਨਾਂ ਨੇ ਆਪਣੇ ਮੁਲਕ ਬਾਰੇ ਸੋਚਿਆ, ਨਹੀਂ ਤਾਂ ਇੱਥੋਂ ਜਾ ਕੇ ਲੋਕ ਉਹਨਾਂ ਮੁਲਕਾਂ ਬਾਰੇ ਸੋਚਦੇ ਸੀ। ਅੱਜ ਵੀ ਵੇਖ ਲਓ ਤੁਸੀਂ, ਉਹਨਾਂ ਮੁਲਕਾਂ 'ਚ ਪੁਆਇੰਟ ਸਿਸਟਮ ਹੈ। ਸਾਡੇ ਕੀ ਹੈ, ਸਾਡੇ ਤੇ ਕੋਈ ਨੇਪਾਲ ਤੋਂ ਆ ਜਾਓ, ਕੋਈ ਬੰਗਲਾਦੇਸ਼ ਵਾਲੇ ਪਾਸਿਓਂ ਆ ਜਾਓ, ਇੱਥੇ ਝੁੱਗੀ ਪਾ ਲਓ ਆ ਕੇ। ਸਾਡੇ ਲੋਕ ਉੱਦਾਂ ਆਉਂਦੇ ਨੇ, ਉਹ ਲੋਕ ਖੁਦ ਲੈ ਕੇ ਜਾਂਦੇ ਨੇ। ਪਰ ਉਹਨਾਂ ਦੇ ਲੈ ਕੇ ਜਾਣ ਦਾ ਮਤਲਬ ਹੈ ਵੀ ਸਾਡੇ ਮੁਲਕ ਨੂੰ ਉੱਪਰ ਚੁੱਕੋ ਭਾਈ, ਸਾਡੀ ਇਕਨੋਮੀ ਨੂੰ ਉੱਪਰ ਚੁੱਕੋ। ਹੁਣ ਇਹ ਜਿਹੜੇ ਸਿੱਧ ਜੋਗੀ ਲੋਕ ਸੀ, ਚਾਹੁੰਦੇ ਇਹ ਵੀ ਹੈ, ਗੁਰੂ ਗੋਰਖ ਖੁਦ ਚਾਹੁੰਦਾ ਹੈ, ਕਿਉਂਕਿ ਉਹਨੂੰ ਕਿਹਨੇ ਦੱਸਿਆ? ਉਹਨੂੰ ਦੱਸਿਆ ਸੀ ਭਰਤਰੀ ਨੇ, ਵੀ ਨਾਨਕ ਤੱਪਾ ਜਿਹੜਾ ਹੈ ਉਹ ਬੜਾ ਲਾਇਕ ਹੈ, ਬੜਾ ਨੇਕ ਹੈ, ਬੜਾ ਯੋਗ ਹੈ, ਬੜੀਆਂ ਸ਼ਕਤੀਆਂ ਦਾ ਮਾਲਕ ਹੈ। ਅਗਰ ਇਹੋ ਜਿਹਾ ਵਿਅਕਤੀ ਯੋਗ ਮਤ ਵਿੱਚ ਆਏਗਾ ਤੇ ਯੋਗ ਮਤ ਬੜਾ ਉੱਚਾ ਜਾਏਗਾ। ਇਸੇ ਕਰਕੇ ਮਛੰਦਰ ਜੋਗੀ ਆਇਆ ਹੁਣ ਦੌੜ ਕੇ। ਮਛੰਦਰ ਜੋਗੀ ਨੇ ਆ ਕੇ ਗੱਲ ਕੀਤੀ, ਕਹਿਣ ਲੱਗਾ ਜੀ ਆਗੇ ਚੱਲਿਓ ਚਾਹੇ ਜੋ ਤੂੰ ਲੀਜੇ ਉਪਦੇਸ਼ ਹਮ। ਜਾਓ ਅੱਗੇ, ਕੋਈ ਡਰ ਨਹੀਂ, ਪਰ ਜੋਗੀ ਬਣ ਕੇ ਜਾਓ, ਮੇਰਾ ਉਪਦੇਸ਼ ਲੈ ਕੇ ਜਾਓ। ਤੇ ਉਪਦੇਸ਼ ਲੈਣ ਦਾ ਕੀ ਤਰੀਕਾ? ਵੀ ਪਹਿਲਾਂ ਗੁਰੂ ਧਾਰਨ ਕਰੋ। ਇਹ ਤਾਂ ਨਵਾਂ ਕੰਮ ਚੱਲਿਆ ਅੱਜ ਕੱਲ੍ਹ, ਵੀ ਗੁਰਦੁਆਰੇ ਵੀ ਜਾਓ, ਬਾਣੀ ਵੀ ਪੜੋ, ਪਾਠ ਵੀ ਕਰਾਓ, ਅੰਮ੍ਰਿਤ ਨਹੀਂ ਛਕਣਾ। ਤੇ ਨਤੀਜਾ ਕੀ ਨਿਕਲਦਾ ਜਾਂਦਾ? ਮੈਂ ਤੇ ਰਿਜ਼ਲਟ ਕੱਢਿਆ ਸੱਚੀ। ਜਿਹੜੀ ਗੱਲ ਮੈਨੂੰ ਸਮਝ ਆਈ, ਵੀ ਜਿਵੇਂ ਜਿਵੇਂ ਬੰਦਾ ਪੜ੍ਹਦਾ ਜਾਂਦਾ ਉਵੇਂ ਉਵੇਂ ਦਾੜੀ ਕੱਟੀ ਜਾਂਦਾ, ਤੇ ਜਿਵੇਂ ਜਿਵੇਂ ਬੰਦਾ ਅਮੀਰ ਹੋਈ ਜਾਂਦਾ ਉਵੇਂ ਉਵੇਂ ਉਹਦੀ ਬੋਤਲ ਦਾ ਬ੍ਰਾਂਡ ਬਦਲਦਾ ਤੁਰਿਆ ਜਾਂਦਾ। ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਮੈਂ ਤੇ ਦੋ ਤੱਤ ਕੱਢੇ ਆਪਣੀ ਜ਼ਿੰਦਗੀ 'ਚ। ਅਮੀਰ ਹੁੰਦੇ ਜਾਓਗੇ ਤੇ ਨਸ਼ੇ ਵੱਧਦੇ ਜਾਣਗੇ, ਪੜ੍ਹੇ ਲਿਖੇ ਹੁੰਦੇ ਜਾਓਗੇ ਤੇ ਵਾਲ ਉੱਡਦੇ ਜਾਣਗੇ, ਇਹ ਨਹੀਂ ਮੁੜ ਕੇ ਆਉਂਦੇ। ਚੰਗਾ ਭਲਾ ਤੁਹਾਡਾ ਬੱਚਾ ਸਿੱਖ ਹੋਏਗਾ, ਜਦੋਂ ਥੋੜਾ ਜਿਹਾ ਪੜ੍ਹ ਜਾਏਗਾ ਸਭ ਤੋਂ ਪਹਿਲਾਂ ਦਾੜੀ ਕੱਟੇਗਾ, ਮੁੜ ਕੇ ਸਿਰ ਦੇ ਵਾਲ ਕੱਟੇਗਾ। ਫਿਰ ਤੇ ਵੀ ਕੋਈ ਪਤਾ ਨਹੀਂ ਵੀ ਉਹਦਾ ਸ਼੍ਰੀਲੰਕਾ ਦਾ ਨਕਸ਼ਾ ਹੀ ਉਹ ਬਣਾ ਲਵੇ ਆਪਣੇ ਮੂੰਹ ਤੇ, ਇਹ ਵੀ ਕੋਈ ਪਤਾ ਨਹੀਂ। ਇਹ ਕਹਿੰਦਾ ਵੀ ਤੁਸੀਂ ਅੱਗੇ ਵਧੋ, ਪਰ ਮੇਰਾ ਯੋਗ ਮਤ ਲੈ ਕੇ ਤੁਸੀਂ ਅੱਗੇ ਜਾ ਸਕਦੇ ਹੋ। ਤੇ ਜੇ ਤੁਸੀਂ ਕਹੋ ਵੀ ਮੈਂ ਜੋਗੀ ਵੀ ਨਹੀਂ ਬਣਨਾ, ਪਿੱਛੇ ਵੀ ਨਹੀਂ ਮੁੜਨਾ, ਉਹ ਕਹਿੰਦਾ ਮੈਂ ਤੁਹਾਨੂੰ ਇੱਕ ਆਪਸ਼ਨ ਦੇਣਾ ਕਿ ਮੈਂ ਤੁਹਾਨੂੰ ਰਾਜ ਦੇ ਦੇਣਾ ਧਰਤੀ ਦਾ, ਜਾਓ ਜਾ ਕੇ ਰਾਜ ਕਰੋ, ਮੈਂ ਵਰ ਦੇ ਦੇਣਾ ਤੁਹਾਨੂੰ, ਮੇਰੇ ਕੋਲ ਸ਼ਕਤੀਆਂ ਨੇ। ਨਾ ਤੋ ਲੀਜੇ ਰਾਜ ਕੋ ਜੋਗ ਚਾਹੋ ਜੋਗ ਲੀਜੇ। ਜੋਗੀ ਬਣਨਾ ਚਾਹੋ ਤੇ ਜੋਗੀ ਬਣ ਜਾਓ, ਧਰਤੀ ਦਾ ਰਾਜ ਕਰਨਾ ਚਾਹੋ ਤੇ ਮੇਰੇ ਕੋਲ ਸ਼ਕਤੀਆਂ ਨੇ, ਮੈਂ ਤੁਹਾਨੂੰ ਵਰ ਦੇ ਦੇਣਾ। ਹਾਂਜੀ। ਜੀ ਨਾ ਮਾਨੇ ਬਾਤ ਮੇਰੀ, ਦੇਖੋ ਨਾ ਕੁਸਲ ਤੇਰੀ, ਕਹੋ ਟੇਰ ਟੇਰ ਹਟ ਜਈਏ ਚਾਹੋ ਲਾਜ ਕੋ। ਹੁਣ ਇਸ ਸ਼ਬਦਾਵਲੀ ਨੂੰ ਸੁਣਨ ਦੀ ਲੋੜ ਹੈ, ਅਗਰ ਤੁਹਾਨੂੰ ਇਹਦੀ ਕਵਿਤਾ ਦਾ ਤੋਲ ਸਮਝ ਆਉਂਦਾ ਹੋਵੇ। ਹੁਣ ਇਹ ਕੀ ਕਹਿੰਦਾ ਹੈ? ਕਹਿੰਦਾ ਜੇ ਨਾ ਮਾਨੇ ਬਾਤ ਮੇਰੀ, ਵੇਖ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ, ਸਿੱਧਾ ਸਿੱਧਾ ਜੇ ਤੂੰ ਮੇਰੀ ਗੱਲ ਨਹੀਂ ਮੰਨੇਗਾ, ਦੇਖੋ ਨਾ ਕੁਸ਼ਲ ਤੇਰੀ। ਕਹਿਣ ਲੱਗਾ ਫਿਰ ਇਹ ਸਮਝ ਲਈ ਵੀ ਹੁਣ ਤੇਰੀ ਸੁੱਖ ਸਾਂਦ ਨਹੀਂ ਹੈ, ਕੁਸ਼ਲਤਾ, ਤੇਰਾ ਅੱਗੇ ਹਾਲ ਠੀਕ ਨਹੀਂ ਹੋਏਗਾ। ਕਹੋ ਟੇਰ ਟੇਰ ਹਟ ਜਾਈਏ ਚਾਹੋ ਲਾਜ ਕੋ। ਕਹਿੰਦਾ ਟੇਰ ਟੇਰ ਕੇ, ਟੇਰ ਟੇਰ ਕੇ ਦਾ ਅਰਥ ਹੁੰਦਾ ਵੀ ਮੈਂ ਤੈਨੂੰ ਬੋਲ ਬੋਲ ਕੇ ਕਹਿਣਾ ਵੀ ਪਿਛਾਂ ਮੁੜ ਜਾ, ਪਿੱਛੇ ਮੁੜ ਜਾ। ਮੈਂ ਤੈਨੂੰ ਘੜੀ ਘੜੀ ਬੋਲ ਕੇ ਕਹਿਣਾ ਕਿ ਪਿੱਛੇ ਮੁੜ ਜਾਓ, ਹਟ ਜਾਈਏ ਚਾਹੋ ਲਾਜ ਕੋ। ਜੇ ਤੂੰ ਆਪਣੀ ਲਾਜ ਚਾਹੁੰਦਾ, ਲੱਜ, ਇਹ ਦੋ ਸ਼ਬਦ ਅਸੀਂ ਆਮ ਬੋਲਦੇ ਆ ਕਿ ਮਹਾਰਾਜ ਮੇਰੀ ਲੱਜ ਪੱਤ ਢੱਕ ਲੈਣੀ। ਹੁਣ ਪੁੱਛੋ ਵੀ ਲੱਜ ਤੇ ਪੱਤ ਕੀ ਹੁੰਦੀ ਹੈ? ਸ਼ਬਦ ਇੱਕੋ ਹੀ ਹੈ। ਲੱਜਪਤ ਇੱਜ਼ਤ ਨੂੰ ਹੀ ਕਹਿੰਦੇ ਆਪਾਂ। ਕਹਿਣ ਲੱਗਾ ਚਾਹੋ ਲਾਜ ਕੋ, ਜੇ ਤੁਸੀਂ ਆਪਣੀ ਇੱਜ਼ਤ ਚਾਹੁੰਦੇ ਹੋ, ਜੇ ਤੂੰ ਆਪਣੀ ਇੱਜ਼ਤ ਚਾਹੁੰਦਾ, ਜਾਂ ਜਿਵੇਂ ਆਪਾਂ ਕਹਿੰਦੇ ਆ ਵੀ ਜੇ ਤੂੰ ਭਾਈ ਆਪਣੀ ਇੱਜ਼ਤ ਬਚਾਉਣੀ ਹੈ ਤਾਂ ਇੱਥੋਂ ਹੀ ਮੁੜ ਜਾ। ਬੜੇ ਸਿੱਧੇ ਸਿੱਧੇ ਸ਼ਬਦ ਮਛੰਦਰ ਜੋਗੀ ਨੇ ਆ ਕੇ ਗੁਰੂ ਸਾਹਿਬ ਜੀ ਦੇ ਪ੍ਰਤੀ ਬੋਲੇ ਨੇ। ਹਾਂਜੀ।
ਗੁਰੂ ਮੁਸਕਾਨੇ ਮੁਖ ਬਚਨ ਬਖਾਨੇ, ਜੋ ਇਛਾ ਹੈ ਮਸ਼ਿੰਦਰਾ ਸੋ ਮੰਗ ਨਿਜ ਲੀਜੀਏ। ਅੱਗੋਂ ਗੁਰੂ ਨਾਨਕ ਸਾਹਿਬ ਹੱਸ ਪਏ। ਹੁਣ ਸਾਡੇ ਵਰਗਾ ਹੁੰਦਾ, ਗੁਰੂ ਨਾਨਕ ਵਰਗੀ ਸ਼ਕਤੀ ਹੁੰਦੀ ਤੇ ਲੰਮਾ ਪਾ ਲੈਣਾ ਸੀ ਉਦੋਂ ਹੀ। ਇੱਥੇ ਨੂੰ ਮੈਂ ਬਣਾਉਣਾ ਠੇਕੇਦਾਰ ਪਹਾੜਾ ਦਾ ਨਾ, ਮੇਰੇ ਸਤਿਗੁਰੂ ਨੇ ਐਸਾ ਕੁਝ ਨਹੀਂ ਕੀਤਾ। ਸਾਡੀ ਗਲਤੀ ਹੈ ਕਿ ਸਾਡੇ ਕੋਲੇ ਅਜਰ ਜਰਨ ਦੀ ਸ਼ਕਤੀ ਨਹੀਂ ਹੈ। ਇਹਨੂੰ ਅਸੀਂ ਬੜੇ ਸੋਹਣੇ ਸ਼ਬਦ ਕਹਿੰਦੇ ਵੀ ਸਾਡੇ ਭਾਂਡੇ ਛੋਟੇ ਨੇ, ਵਸਤੂ ਵੱਡੀਆਂ ਪੈ ਜਾਂਦੀਆਂ ਨੇ, ਫਿਰ ਉਛਲਦੀਆਂ ਰਹਿੰਦੀਆਂ ਨੇ। ਏਡੇ ਵੱਡੇ ਸਤਿਗੁਰੂ ਅੱਗੋਂ ਇੰਨੀਆਂ ਗੱਲਾਂ ਸੁਣ ਕੇ, ਹਾਲਾਂਕਿ ਉਹਨੇ ਗੱਲਾਂ ਸਾਰੀਆਂ ਤਨਕ ਭਰੇ ਲਹਿਜੇ ਵਿੱਚ ਕੀਤੀਆਂ ਨੇ ਔਰ ਬੜੀਆਂ ਸਿੱਧੀਆਂ ਗੱਲਾਂ ਕੀਤੀਆਂ, ਔਰ ਇੱਜ਼ਤ ਮਾਣ ਵਾਲੀ ਗੱਲ ਉਹਨੇ ਇੱਕ ਵੀ ਨਹੀਂ ਕੀਤੀ। ਪਰ ਸਤਿਗੁਰੂ ਨੇ ਕੀ ਕੀਤਾ? ਉਹਦੀਆਂ ਗੱਲਾਂ ਸੁਣ ਕੇ ਸਤਿਗੁਰੂ ਹੱਸ ਪਏ। ਸਤਿਗੁਰੂ ਮੁਸਕਰਾਏ ਨੇ। ਗੁਰੂ ਮੁਸਕਾਨੇ ਮੁਖ ਬਚਨ ਬਖਾਨੇ, ਹੱਸ ਕੇ ਸਤਿਗੁਰੂ ਕਹਿਣ ਲੱਗੇ, ਜੋ ਇੱਛਾ ਹੈ ਮਿਸ਼ੰਦਰਾ ਸੋ ਮੰਗ ਨਿਜ ਲੀਜੀਏ। ਸਤਿਗੁਰੂ ਨੇ ਉਹਨੂੰ ਨਾਂ ਲੈ ਕੇ ਬੁਲਾ ਲਿਆ। ਹੁਣ ਇਸ ਗੱਲ ਤੋਂ ਵੀ ਪਰੇਸ਼ਾਨ ਹੋਇਆ ਵੀ ਇਹਨਾਂ ਨੂੰ ਕਿਵੇਂ ਪਤਾ ਵੀ ਮੇਰਾ ਨਾਮ ਮਸ਼ੰਦਰ ਹੈ। ਸਤਿਗੁਰੂ ਕਹਿਣ ਲੱਗੇ, ਮਸ਼ੰਦਰਾ ਦੱਸ ਭਾਈ, ਤੂੰ ਸਾਨੂੰ ਕੀ ਦੇਣਾ ਉਹ ਛੱਡ, ਇਹ ਦੱਸ ਵੀ ਤੈਨੂੰ ਕੀ ਚਾਹੀਦਾ ਹੈ। ਸਤਿਗੁਰੂ ਜੀ ਨੇ ਉਹਨੂੰ ਬਾਈ ਨੇਮ ਬੁਲਾਇਆ, ਵਿਦ ਨੇਮ, ਉਹਦਾ ਨਾਂ ਲੈ ਕੇ ਗੱਲ ਕੀਤੀ। ਆਖਿਆ ਕਿ ਦੱਸ, ਜੋ ਇੱਛਾ ਹੈ ਮੁਸ਼ੰਦਰਾ ਸੋ ਮੰਗ ਨਿਜ ਲੀਜੀਏ। ਦੱਸ ਤੇਰੀ ਕੀ ਇੱਛਾ ਹੈ ਵੀ ਤੂੰ ਜੋ ਸਾਡੇ ਨਾਲ ਇਹਦਾ ਆ ਕੇ ਗੱਲਾਂ ਕਰ ਰਿਹਾ, ਤੇ ਤੇਰੀ ਕੋਈ ਨਾ ਕੋਈ ਇੱਛਾ ਤੇ ਹੋਏਗੀ ਨਾ। ਤੁਸੀਂ ਪੁਲਿਸ ਵਾਲੇ ਦਾ ਹਿਸਾਬ ਲਾਇਆ ਹੀ ਹੈ। ਉਹ ਤੁਹਾਨੂੰ ਐਵੇਂ ਰੋਕ ਲੈਣਗੇ। ਰੋਕ ਲਿਆ, ਲਿਆ ਲਾਇਸੈਂਸ ਵਿਖਾਤਾ, ਇੰਸ਼ੋਰੈਂਸ ਵਿਖਾਓ ਵੀ ਵਿਖਾਤੀ। ਫਿਰ ਕਹਿਣਗੇ ਉਹ ਇੱਕ ਉਹ ਦਵਾਈ ਛਿੜਕਦੇ ਹੁੰਦੇ ਸੀ, ਪਤਾ DTC ਕਹਿੰਦੇ ਸੀ ਉਹਨੂੰ, ਅਸੀਂ ਪਿੰਡਾਂ 'ਚੋਂ ਛਿੜਕਦੇ ਹੁੰਦੇ ਸੀ ਮੱਛਰ ਮੁੱਛਰ ਤੋਂ। ਕਹਿੰਦਾ ਉਹਦਾ ਪਰਮਿਟ ਵਿਖਾ। ਉਹ ਕਹਿੰਦਾ ਵੀ ਉਹ ਕੀ ਹੁੰਦਾ ਹੈ? ਕਹਿੰਦਾ ਸਵਾਰੀਆਂ ਬਿਠਾਉਣਾ ਵੀ ਜੇ ਇਹਦੇ 'ਚ ਕਿਸੇ ਨੂੰ ਮੱਛਰ ਲੜ ਕੇ ਕੋਈ ਬੰਦਾ ਬਿਮਾਰ ਹੋ ਜਾਏ ਤੇ ਉਹਨੂੰ ਸਮਝ ਆ ਗਈ ਮੈਨੂੰ 50 ਰੁਪਏ ਦਿਓ, ਇਹਨੇ ਲੰਘਣ ਹੀ ਨਹੀਂ ਦੇਣਾ ਮੈਨੂੰ। ਸਤਿਗੁਰੂ ਸਮਝ ਗਏ ਵੀ ਤੂੰ ਇੰਨਾ ਜੋ ਆ ਕੇ ਖਲਾਰਾ ਪਾਇਆ ਵੀ ਤੂੰ ਦੱਸ ਤੇਰੀ ਕੀ ਇੱਛਾ। ਤੂੰ ਮੈਨੂੰ ਰਾਜ ਦੇਣਾ, ਜੋਗ ਦੇਣਾ, ਉਹ ਤੇ ਗੱਲਾਂ ਦੂਰ ਦੀਆਂ ਨੇ, ਤੂੰ ਆਪਣੀ ਗੱਲ ਕਰ। ਜੋ ਇੱਛਾ ਹੈ ਮੁਸ਼ੰਦਰਾ ਸੋ ਮੰਗ ਨਿਜ ਲੀਜੀਏ। ਦੱਸ ਤੈਨੂੰ ਕੀ ਚਾਹੀਦਾ? ਜੋ ਚਾਹੀਦਾ ਤੂੰ ਮੰਗ, ਅਸੀਂ ਤੈਨੂੰ ਦੇਵਾਂਗੇ। ਹੁਣ ਅਗਲੀ ਪੰਕਤੀ ਉਦੋਂ ਵੀ ਖੂਬਸੂਰਤ ਹੈ। ਹਾਂਜੀ, ਤੁਕ ਬਖਸ਼ਾਏ ਕਰਤਾਰ ਤੇ ਦਵਾਏ, ਪਰ ਬੋਲ ਕੈ ਕਬੋਲ ਬੋਲ ਹਮ ਸੋ ਨਾ ਖੀਜੀਐ। ਸਤਿਗੁਰੂ ਕਹਿੰਦੇ ਸਾਡੇ ਨਾਲ ਤੂੰ ਬੋਲ ਕਬੋਲ ਕਰਕੇ ਖਿੱਚ ਕਿਉਂ ਰਿਹਾ ਹੈ? ਮਤਲਬ ਆਪਣਾ ਖੂਨ ਕਿਉਂ ਸਾੜੀ ਜਾਂਦੇ ਬਈ? ਅਸੀਂ ਕੋ ਤੈਨੂੰ ਕੋਈ ਗੱਲ ਬੋਲੀ ਅੱਗੋਂ ਕੋਈ? ਤੂੰ ਆਪੇ ਬੋਲੀ ਜਾਂਦਾ। ਹਾਂ ਤੂੰ ਮੰਗ। ਦੇਖੋ ਇੱਥੇ ਕਿੱਡੀ ਵੱਡੀ ਗੱਲ ਜਿਹੜੀ ਗੁਰਮਤਿ ਦਾ ਸਿਧਾਂਤ ਹੈ। ਗੁਰੂ ਨਾਨਕ ਸਾਹਿਬ ਨੇ ਕਦੇ ਨਹੀਂ ਕਿਹਾ ਵੀ ਤੂੰ ਮੰਗ ਤੈਨੂੰ ਮੈਂ ਦਿੰਦਾ ਨਾ। ਸਗੋਂ ਸਾਰਾ ਜਪਜੀ ਪੜਾਉਂਦਿਆਂ ਇੱਕੋ ਗੱਲ ਪੜਾਈ ਹੈ ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੁਣ ਉਹ ਜਪਜੀ ਜਿਹੜਾ ਹਰ ਸਿੱਖ ਨੂੰ ਹੁਕਮ ਹੈ ਰੋਜ਼ ਪੜ੍ਹਨਾ, ਉਹਦੇ 'ਚ ਕਿਤੇ ਨਹੀਂ ਲਿਖਿਆ ਕਿ ਤੁਸੀਂ ਮੰਗੋਗੇ ਤੇ ਗੁਰੂ ਨਾਨਕ ਦੇਣਗੇ ਤੁਹਾਨੂੰ। ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਕਿ ਭਾਈ ਗੁਰੂ ਕੋਲੋਂ ਪੁੱਛ ਲਓ, ਸਾਰੇ ਜੀਵਾਂ ਦਾ ਦਾਤਾ ਇੱਕ ਪਰਮਾਤਮਾ ਹੈ। ਸਾਰੇ ਜੀਵਾਂ ਦਾ ਦਾਤਾ ਜਿਹੜਾ ਹੈ ਉਹ ਸਿਰਫ ਇੱਕ ਵਾਹਿਗੁਰੂ ਹੈ, ਹੋਰ ਕੋਈ ਨਹੀਂ ਹੈ। ਸਤਿਗੁਰੂ ਜੀ ਕਹਿਣ ਲੱਗੇ ਭਾਈ ਤੋਕੋ ਬਖਸ਼ਾਏ ਕਰਤਾਰ ਤੇ ਦਵਾਏ। ਪਹਿਲਾਂ ਤੇ ਤੈਨੂੰ ਅਸੀਂ ਬਖਸ਼ਾ ਦਿਆਂਗੇ ਰੱਬ ਕੋਲੋਂ ਵੀ ਤੂੰ ਉੱਚੇ ਬੋਲ ਬੋਲਦਾ, ਤੂੰ ਹੰਕਾਰ ਵਿੱਚ ਤੁਰਿਆ ਫਿਰਦਾ। ਕਿਉਂਕਿ ਜਿੰਨਾ ਚਿਰ ਭੁੱਲਾਂ ਬਖਸ਼ੀਆਂ ਨਹੀਂ ਜਾਣਗੀਆਂ ਉਹਨਾਂ ਚਿਰ ਝੋਲੀ ਨਹੀਂ ਭਰੇਗੀ। ਤੁਸੀਂ ਇਹ ਗੱਲ ਨੋਟ ਕਰਿਓ, ਕਦੇ ਤੁਹਾਡੇ ਘਰ 'ਚ ਜਦੋਂ ਬੱਚਾ ਗੁੱਸੇ ਹੋ ਜਾਏ ਨਾ ਤੇ ਤੁਸੀਂ ਉਹਨੂੰ ਕਹੋ ਵੀ ਲੈ ਚਾਕਲੇਟ ਲੈ ਲਾ, ਤੋ ਐ ਕਰੇਗਾ, ਵਿੰਗਾ ਜਿਹਾ ਮੂੰਹ ਬਣਾ ਲੇਗਾ।
ਤੇ ਪਹਿਲਾਂ ਕੀ ਕਰਨਾ ਪੈਂਦਾ? ਫਿਰ ਪਹਿਲਾਂ ਉਹਨੂੰ ਨਾਰਮਲ ਕਰਨਾ ਪੈਂਦਾ ਹੈ, ਕਿਉਂਕਿ ਤੁਸੀਂ ਦੇਣਾ, ਉਹ ਲੈਣ ਵਾਲੀ ਉਸ ਹਾਲਤ ਵਿੱਚ ਤਾਂ ਆਵੇ ਨਾ ਮੁੜ ਕੇ। ਸਤਿਗੁਰੂ ਕਹਿੰਦੇ ਪਹਿਲਾਂ ਤੇ ਤੈਨੂੰ ਰੱਬ ਤੋਂ ਬਖਸ਼ਾ ਦਿੰਨੇ ਆ ਕਿ ਤੂੰ ਉੱਚੇ ਬੋਲ ਬੋਲੇ ਨੇ, ਫਿੱਕੇ ਬੋਲ ਬੋਲੇ ਨੇ, ਆ ਕੇ ਸਾਨੂੰ ਕੌੜੇ ਬੋਲ ਬੋਲੇ ਨੇ, ਐਵੇਂ ਟੇਰ ਟੇਰ ਕਰੀ ਜਾਂਦਾ ਤੂੰ, ਆ ਤੈਨੂੰ ਅਸੀਂ ਬਖਸ਼ਾ ਦਈਏ ਤੇ ਫਿਰ ਕਰਾਂਗੇ ਕੀ? ਸਤਿਗੁਰੂ ਕਹਿਣ ਲੱਗੇ ਵੀ ਫਿਰ ਅਸੀਂ ਤੈਨੂੰ ਜੋ ਤੂੰ ਮੰਗੇਗਾ ਉਹ ਤੈਨੂੰ ਰੱਬ ਦੇ ਕੋਲੋਂ, ਕਰਤਾਰ ਦੇ ਕੋਲੋਂ ਦਵਾ ਦੇਾਂਗੇ। ਤਾਂ ਕੋ ਬਖਸ਼ਾਏ ਕਰਤਾਰ ਤੇ ਦਵਾਏ, ਅਸੀਂ ਆਪ ਨਹੀਂ ਦੇਾਂਗੇ, ਰੱਬ ਨੂੰ ਕਵਾਂਗੇ, ਪਰਮਾਤਮਾ ਨੂੰ ਸਿਫਾਰਿਸ਼ ਕਰਾਂਗੇ ਤੇਰੀ, ਉਹਦੇ ਅੱਗੇ ਬੇਨਤੀ ਕਰਾਂਗੇ ਵੀ ਮਹਾਰਾਜ ਇਹ ਸਵਾਲੀ ਆਇਆ, ਇਹਦੀਆਂ ਝੋਲੀਆਂ ਭਰ ਦਿਓ। ਹਾਂਜੀ। ਜਹਾਂ ਲੱਗ ਚਾਹੇ ਤਹਾਂ ਤੀਕ ਹਮ ਜਾਹੇ, ਔਰ ਤੇਰੇ ਕਹੇ ਹਟੇ ਨਾਹੇ ਸਾਚ ਜਿਉ ਭਤੀਜੀਏ। ਰਹੀ ਗੱਲ ਸਾਡੀ, ਵੇਖ, ਜਹਾਂ ਲੱਗ ਚਾਹੇ, ਅਸੀਂ ਜਿੱਥੋਂ ਤੱਕ ਚਾਹਾਂਗੇ, ਤਹਾਂ ਤੀਕ ਹਮ ਜਾਹੇ, ਅਸੀਂ ਉੱਥੋਂ ਤੱਕ ਹੀ ਚਲੇ ਜਾਣਾ ਹੈ ਜਿੱਥੋਂ ਤੱਕ ਸਾਡਾ ਮਨ ਕਰੇਗਾ। ਔਰ ਤੇਰੇ ਕਹੇ ਹਟੇ ਨਾਹੇ ਸਾਚ ਜੋ ਭਤੀਜੀ ਹੈ, ਤੇਰੇ ਕਹਿਣ ਤੇ ਹਟ ਜਾਈਏ, ਇਹ ਗੱਲ ਸੱਚੀ ਹੈ, ਤੈਨੂੰ ਘੜੀ ਘੜੀ ਇਹਨੂੰ ਪਰਖਣ ਦੀ ਲੋੜ ਨਹੀਂ। ਔਰ ਇਹ ਵੀ ਜ਼ਿੰਦਗੀ 'ਚ ਚੇਤਾ ਰੱਖਣਾ, ਸੱਚ ਇੱਕ ਵਾਰੀ ਬੋਲਿਆ ਜਾਂਦਾ ਹੈ, ਝੂਠ 1000 ਵਾਰੀ ਬੋਲਿਆ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਵੀ ਤੈਨੂੰ ਸੱਚੀ ਗੱਲ ਦੱਸ ਦਿੱਤੀ ਹੈ ਤੇ ਤੂੰ ਮੰਨ ਲੈ, ਅਸੀਂ ਪਿੱਛੇ ਮੁੜਨ ਵਾਲੇ ਨਹੀਂ ਆ, ਜਿੱਥੋਂ ਤੱਕ ਸਾਡਾ ਮਨ ਕਰੇਗਾ ਅਸੀਂ ਉੱਥੋਂ ਤੱਕ ਜਾਣਾ ਹੈ। ਹਾਂਜੀ। ਰਾਜ ਨਾਲੇ ਹੂੰ ਉਪਦੇਸ਼ ਤੋ ਕੋ ਦੇਹੂੰ, ਅਬ ਐਸੋ ਮੋਕੋ ਜੀ ਜਾਣ ਸੋ ਕੀਜੀਐ। ਸਤਿਗੁਰੂ ਕਹਿਣ ਲੱਗੇ ਰਾਜ ਮੈਂ ਨਹੀਂ ਲੈਣਾ, ਉਪਦੇਸ਼ ਅਸੀਂ ਤੈਨੂੰ ਦੇਣਾ ਹੈ। ਇਹ ਮਤ ਸੋਚੀ ਕਿ ਅਸੀਂ ਤੇਰੇ ਕੋਲੋਂ ਰਾਜ ਭਾਗ ਲੈ ਕੇ, ਕੋਈ ਦੁਨੀਆ ਦੇ ਖਿਡੌਣੇ ਲੈ ਕੇ ਅਸੀਂ ਮੁੜ ਜਾਵਾਂਗੇ, ਨਹੀਂ। ਉਪਦੇਸ਼ ਤੋਕੋ ਦਿਓ, ਅਬ ਐਸੋ ਮੋਕੋ ਚੀਨ ਜੀ ਜਾਨੀਏ ਸੋ ਕੀਜੀਏ। ਸਤਿਗੁਰੂ ਕਹਿੰਦੇ ਅਸੀਂ ਉਪਦੇਸ਼ ਦੇਣ ਆਏ ਆ, ਤੇਰੇ ਕੋਲੋਂ ਰਾਜ ਭਾਗ ਲੈਣ ਨਹੀਂ ਆਏ। ਇਹ ਗੱਲ ਆਪਣੇ ਮਨ ਵਿੱਚ ਚੀਨ ਲੈ। ਚੀਨਣ ਤੋਂ ਅਰਥ ਹੁੰਦਾ ਜਾਣਨਾ, ਜਾਣਨ ਤੋਂ ਭਾਵ ਹੁੰਦਾ ਆਪਣੇ ਅੰਦਰ ਦ੍ਰਿੜ ਕਰ ਲੈਣਾ, ਸਮਝ ਲੈਣਾ ਕਿ ਅਸੀਂ ਉਪਦੇਸ਼ ਦੇਣ ਆਏ ਆ, ਅਸੀਂ ਜੋਗੀਆਂ ਤੋਂ ਰਾਜ ਭਾਗ ਲੈਣ ਨਹੀਂ ਆਏ। ਹਾਂਜੀ। ਐਸੇ ਸੋਣ ਬੈਣ ਰੇ ਸਕੀਨੀ ਬਿਨ ਚੈਨ ਪਏ, ਹਾਰਨ ਦੋ ਨੈਣ ਮੁਖ ਬਚਨ ਬਖਾਨਿਆ। ਇਹੋ ਜਿਹੇ ਬਚਨ ਗੁਰੂ ਨਾਨਕ ਸਾਹਿਬ ਦੇ ਸੁਣ ਕੇ ਮਛੰਦਰ ਜੋਗੀ ਨੂੰ ਗੁੱਸਾ ਚੜ ਗਿਆ। ਔਰ ਇਹ ਵੀ ਇੱਕ ਚੇਤਾ ਰੱਖਣਾ, ਗੁੱਸਾ ਕਮਜ਼ੋਰ ਬੰਦੇ ਨੂੰ ਚੜਦਾ ਜੇ, ਕਦੇ ਤਾਕਤਵਰ ਬੰਦੇ ਨੂੰ ਗੁੱਸਾ ਨਹੀਂ ਚੜਦਾ। ਇਹ ਜਿਹੜੀ ਖਿਜਾ ਖਜਾਈ ਹੈ ਇਹ ਕਮਜ਼ੋਰ ਬੰਦਾ ਕਰਦਾ ਹੈ। ਤਾਕਤਵਰ ਬੰਦੇ ਨੂੰ ਤਾਂ ਪਤਾ ਹੁੰਦਾ ਵੀ ਮੇਰੇ ਲਈ ਕੀ ਹੈ। ਹੁਣ ਉਹਨੂੰ ਗੁੱਸਾ ਚੜ ਗਿਆ। ਐਸੋ ਸੁਣ ਬੈਣ, ਬੈਣ ਤੋਂ ਭਾਵੇਂ ਬਾਣੀ, ਏਦਾਂ ਦੇ ਬਚਨ ਸੁਣੇ। ਰਿਸ ਕੀਨੀ ਬਿਨ ਚੈਨ ਪੈ, ਅੰਦਰ ਗੁੱਸਾ ਆ ਗਿਆ, ਬੇਚੈਨ ਹੋ ਗਿਆ, ਸ਼ਾਂਤੀ, ਅਡੋਲਤਾ, ਸਹਿਜ ਸਭ ਖਤਮ ਹੋ ਗਿਆ। ਜਿਹੜੇ ਉਹਦੇ ਇੰਦਰੇ ਸੀ ਉਹ ਫਰਕਣ ਲੱਗ ਗਏ। ਜਦੋਂ ਗੁੱਸਾ ਆਏਗਾ ਤੁਸੀਂ ਵੇਖਿਓ, ਅੱਖਾਂ ਜਿਹਦੀਆਂ ਨਿੱਕੀਆਂ ਨਿੱਕੀਆਂ ਹੋਣ ਉਹਦੀਆਂ ਮੋਟੀਆਂ ਮੋਟੀਆਂ ਹੋ ਜਾਂਦੀਆਂ, ਬੁੱਲ ਫਰਕਣ ਲੱਗ ਜਾਣਗੇ। ਕਈਆਂ ਦੇ ਤਾਂ ਕੰਨ ਵੀ ਲਾਲ ਹੋ ਜਾਂਦੇ ਨੇ, ਬਿਨਾਂ ਚਪੇੜ ਮਾਰੇ ਹੀ ਹੋ ਜਾਂਦੇ ਨੇ। ਗੁੱਸੇ ਜੀ ਆਪਣੇ ਗੁੱਸੇ ਨਾਲ ਹੀ ਹੋ ਜਾਂਦੇ ਨੇ। ਕਿਉਂ? ਬਲੱਡ ਦਾ ਸਰਕੂਲੇਸ਼ਨ ਫਾਸਟ ਹੋ ਜਾਂਦਾ, ਤੇਜ਼ ਹੋ ਜਾਂਦਾ। ਗੁੱਸੇ ਦੇ ਵਿੱਚ ਸਭ ਤੋਂ ਪਹਿਲਾਂ ਬੀਪੀ ਹਾਈ ਹੁੰਦਾ ਹੈ ਬੰਦੇ ਦਾ। ਹੁਣ ਇਹ ਜੋਗੀ ਜਿਹੜਾ ਸੀ ਇਹ ਗੁੱਸੇ ਵਿੱਚ ਆ ਗਿਆ। ਰਿਸ ਕੀਨੀ ਬਿਨ ਚੈਨ ਭੈ, ਅਰੁਣ ਦੋ ਨੈਣ ਮੁਖ ਬਚਨ ਬਖਾਨੀਆਂ, ਅੱਖਾਂ ਕਰ ਲਈਆਂ ਨੇ ਲਾਲ। ਤੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਬੋਲਿਆ, ਇਹ ਮਛੰਦਰ ਜੋਗੀ ਬੋਲਿਆ। ਹਾਂਜੀ। ਕੀਤੇ ਦਿਨ ਰਾਤ ਸਵਾਸ, ਕੀਤੀ ਨੱਦਾ ਮੱਧ ਮਾਸ,
ਅੰਗੁਰੀ ਕੇ ਤਾਖ ਮੁਖ ਕੈਸੇ ਸੰਧ ਜਾਣਿਆ। ਇਹ ਹੁਣ ਮੁਸ਼ੰਦਰ ਜੋਗੀ ਅੱਗੇ ਤੁਰ ਪਿਆ, ਕਹਿਣ ਲੱਗਾ ਜੀ ਮੈਨੂੰ ਇੱਕ ਦੱਸੋ, ਕੇਤੇ ਦਿਨ ਰਾਤ ਸਵਾਸ, ਦਿਨ ਤੇ ਰਾਤ ਦੇ ਵਿੱਚ ਇੱਕ ਬੰਦਾ ਕਿੰਨੇ ਸਵਾਸ ਲੈਂਦਾ ਹੈ? ਸਵੇਰੇ ਆਪਾਂ 4 ਵਜੇ ਤੋਂ ਸ਼ੁਰੂ ਹੋ ਜਾਈਏ, ਸ਼ਾਮ ਦੇ 4 ਵਜੇ, ਸ਼ਾਮ ਦੇ 4 ਵਜੇ ਤੋਂ ਫਿਰ ਸਵੇਰ ਦੇ 4 ਵਜੇ, 24 ਘੰਟੇ ਹੋ ਗਏ। 24 ਘੰਟਿਆਂ ਵਿੱਚ ਇੱਕ ਬੰਦਾ ਕਿੰਨੇ ਸਵਾਸ ਲੈ ਸਕਦਾ ਹੈ? ਕਹਿਣ ਲੱਗਾ ਦੱਸੋ। ਕੇਤੇ ਦਿਨ ਰਾਤ ਸਵਾਸ, ਕੇਤੇ ਨਸਾ ਮੱਧ ਮਾਸ। ਕਹਿਣ ਲੱਗਾ ਜੀ ਇਹ ਜਿਹੜਾ ਨੱਕ ਹੈ, ਇਸ ਨੱਕ ਦੇ ਵਿੱਚ ਨਾੜੀਆਂ ਕਿੰਨੀਆਂ ਨੇ ਜਿੱਥੋਂ ਬੰਦਾ ਸਾਹ ਲੈਂਦਾ ਹੈ? ਅੰਗੁਰੀ ਕੇ ਤਾਕ ਮੁਖ ਕੈਸੇ ਸੰਧ ਜਾਣੀਏ। ਫਿਰ ਕਹਿਣ ਲੱਗਾ ਵੀ ਦੱਸੋ ਕਿੰਨੀਆਂ ਉਂਗਲਾਂ ਨੇ, ਮੂੰਹ ਦਾ ਦਰਵਾਜ਼ਾ ਕੀ ਹੈ, ਸਰੀਰ ਦੇ ਜੋੜ ਕੀ ਨੇ। ਹੁਣ ਇਹ ਜੋਗੀ ਉਹ ਲੋਕ ਸੀ ਜਿਹੜੇ ਸਰੀਰ ਦੇ ਅੰਗ ਵੱਖਰੇ ਕਰਕੇ ਫਿਰ ਜੋੜ ਲੈਂਦੇ ਸੀ। ਇਹ ਆਮ ਗੱਲਾਂ ਨੇ, ਪਰ ਸਾਡੇ ਅਸੀਂ ਤੇ ਬੜੇ ਪ੍ਰਭਾਵਿਤ ਹੁੰਦੇ ਆ ਵੀ ਅਮਕਾ ਸਾਧੂ ਜੀ ਉਹ ਸਰੀਰ ਵੱਖਰਾ ਵੀ ਕਰ ਲੈਂਦਾ, ਇਕੱਠਾ ਵੀ ਕਰ ਲੈਂਦਾ। ਇਹ ਹੋ ਜਾਂਦਾ ਹੈ। ਦੇਵੀ ਸ਼ਕਤੀਆਂ ਦੇ ਵਿੱਚ ਸਾਰੀਆਂ ਚੀਜ਼ਾਂ ਸੰਭਵ ਨੇ। ਕੁਝ ਸਵਾਲ ਮੁਸ਼ੰਦਰ ਨੇ ਗੁਰੂ ਨਾਨਕ ਸਾਹਿਬ ਨੂੰ ਕੀਤੇ ਨੇ। ਹਾਂਜੀ। ਕੋਠਰੀ ਕੈ ਰੋਮ ਕੇਤੇ ਪਲਵ ਕਹਤੇ ਲਿਖੀ ਕਹੋ, ਘਰ ਜਾ ਕੇ ਅੰਗਰੀ ਬਤਾਏ ਪਹਿਚਾਨਿਆ। ਕਹਿਣ ਲੱਗਾ ਜੀ ਮੈਨੂੰ ਇੱਕ ਦੱਸੋ ਕਿ ਕੋਠਰੀ ਕੇ ਰੋਮ ਕੇਤੇ, ਇਹ ਜਿਹੜੀ ਕੋਠਰੀ ਹੈ ਇਹ ਕਿੰਨੀਆਂ ਕੋਠੜੀਆਂ ਨੇ ਸਰੀਰ ਵਿੱਚ? ਸਰੀਰ ਦੇ ਆ ਜਿਹੜੇ ਚਮੜੀ ਸਕਿਨ ਦੇ ਤੇ ਵਾਲ ਕਿੰਨੇ ਨੇ? ਰੋਮ ਕੇਤੇ। ਮੈਨੂੰ ਇਹ ਦੱਸੋ ਵੀ ਵਾਲ ਕਿੰਨੇ ਨੇ, ਅੰਦਰ ਕੋਠੜੀਆਂ ਕਿੰਨੀਆਂ ਨੇ? ਫਿਰ ਪਲਵ ਕੈ ਤਿੱਲੀ ਕਹੋ, ਕਾਰਜਾਂ ਕੇ ਅੰਗਰੀ ਬਤਾਏ ਪਹਿਚਾਨੀਏ। ਫਿਰ ਇਹ ਪੁੱਛਦਾ ਹੈ ਕਿ ਕਿੰਨੀਆਂ ਉਂਗਲਾਂ, ਇਹ ਜਿਹੜਾ ਸਾਡਾ ਹਾਰਟ ਹੈ, ਦਿਲ, ਇਹ ਕਿੰਨੀਆਂ ਉਂਗਲਾਂ ਨੇ? ਅੱਜ ਕੱਲ੍ਹ ਉਹ ਪੁੱਛਦੇ ਨੇ ਕਿੰਨੇ ਸੈਂਟੀਮੀਟਰ ਹੈ, ਕਿੰਨੇ ਇੰਚ ਹੈ, ਕਿੰਨੇ ਮੀਟਰ ਹੈ, ਕਿੰਨੇ ਕਿਲੋਮੀਟਰ ਹੈ। ਪਹਿਲਾਂ ਇਦਾਂ ਨਹੀਂ ਸੀ ਹੁੰਦਾ। ਪਹਿਲਾਂ ਮਾਪ ਤੋਲ ਹੁੰਦਾ ਜਿਹੜਾ ਸੀ ਉਂਗਲ ਨਾਲ ਹੀ ਹੁੰਦਾ ਸੀ। ਕਿ ਇਹ ਦੱਸੋ ਵੀ ਦਿਲ ਕਿੱਡਾ ਕੁ ਹੈ, ਵਾਲ ਕਿੰਨੇ ਨੇ, ਸਵਾਸ ਕਿੰਨੇ ਨੇ। ਇਹਨੇ ਹੁਣ ਇਹ ਸਾਰੇ ਸਤਿਗੁਰੂ ਜੀ ਦੇ ਕੋਲੋਂ ਸਵਾਲ ਪੁੱਛੇ ਨੇ। ਕਹਿੰਦਾ ਜੀ ਮੈਨੂੰ ਦੱਸੋ। ਹਾਂਜੀ। ਦੇਹੀ ਕੋ ਬਿਰਤਾਂਤ ਕਹੋ, ਜੇ ਤੂੰ ਆਗੇ ਜਾਏ ਚਾਹੋ, ਭੂਲ ਜੇ ਹੈ ਕਹੋ ਨਾ ਕਹੋ ਤੋਰ ਹਾਨਿਆ। ਕਹਿਣ ਲੱਗਾ ਵੀ ਤੁਹਾਨੂੰ ਸਰੀਰ ਬਾਰੇ ਕੋਈ ਜਾਣਕਾਰੀ ਹੈ? ਇਸ ਕਾਇਆ ਦੇ ਬਾਰੇ, ਇਸ ਆਪਣੀ ਬਾਡੀ ਬਾਰੇ ਤੁਹਾਨੂੰ ਕੁਝ ਪਤਾ ਹੈ? ਇਹਦੀ ਕੋਠੜੀਆਂ ਕਿੰਨੀਆਂ ਨੇ, ਸਵਾਸ ਕਿੰਨੇ ਲੈਂਦਾ ਹੈ ਬੰਦਾ, ਇਹਦੇ ਤੇ ਵਾਲ ਕਿੰਨੇ ਨੇ? ਦੇਹੀ ਕੋ ਬਰਤਾਂਤ, ਸਰੀਰ ਦੀ ਵਿਆਖਿਆ ਜੇ ਤੁਹਾਨੂੰ ਬਰਤਾਂਤ ਆਉਂਦਾ ਹੈ, ਕਹਾਣੀ ਪਤਾ ਹੈ, ਕਹੋ ਜੇ ਤੂੰ ਆਗੇ ਜਾਏ ਚਾਹੋ, ਮੈਨੂੰ ਦੱਸ ਦੇ ਤੇ ਅੱਗੇ ਚਲਾ ਜਾ। ਕਹੋ ਨਾ ਕਰੋ ਤੋਰ ਹਾਨੀਆਂ। ਕਹਿਣ ਲੱਗਾ ਵੀ ਜੇ ਦੱਸ ਦੇਗਾ ਤੇ ਅੱਗੇ ਜਾਣ ਦਿਆਂਗਾ, ਨਹੀਂ ਤੇ ਕਹਿਣ ਲੱਗਾ ਮੈਂ ਤੇਰਾ ਨੁਕਸਾਨ ਕਰਾਂਗਾ, ਮੇਰੇ ਕੋਲ ਸ਼ਕਤੀ ਹੈ। ਇਹਨੇ ਆਪਣੇ ਵੱਲੋਂ ਜਿਵੇਂ ਥ੍ਰੈਟ ਕਰੀਦਾ ਹੈ ਨਾ ਵੀ ਆਹ ਮੇਰੇ ਸਵਾਲ ਨੇ, ਆਹ ਮੇਰੀਆਂ ਸ਼ਰਤਾਂ ਨੇ, ਪੂਰੀਆਂ ਕਰ ਦੋ, ਨਹੀਂ ਤੇ ਪਿੱਛੇ ਮੋੜਨਾ ਤੇ ਮੈਨੂੰ ਆਉਂਦਾ ਹੈ, ਇਹਦੇ ਮੇਰੇ ਕੋਲ ਸ਼ਕਤੀ ਹੈਗੀ ਹੈ। ਇਸ ਦੇ ਨਾਲ ਹੀ ਅੱਜ ਸਮਾਂ ਸਮਾਪਤ ਹੈ। ਸਤਿਗੁਰ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।